ਸਿਆਸਤ ਜਦ ਵੀ ਭਖ ਜਾਂਦੀ ਹੈ ਤਾਂ ਸਿਆਸਤ ਦੇ ਵਿੱਚ ਇੱਕ ਮੋੜ ਆ ਜਾਂਦਾ ਕਹਿੰਦੇ ਧਰਮ ਦਾ। ਧਰਮ ਨੂੰ ਜਦ ਵੀ ਸਿਆਸਤ ਦੇ ਵਿੱਚ ਲਿਆ ਜਾਂਦਾ ਤਾਂ ਕਾਫੀ ਵਖਰੇਵੇਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਿਆਸਤਦਾਨਾਂ ਵੱਲੋਂ ਵੀ, ਆਪਸ ਦੀ ਲੋਕਾਂ ਦੇ ਵਿੱਚ ਵੀ ਕਾਫੀ ਵਖਰੇਵੇਂ ਪੈ ਜਾਂਦੇ ਨੇ। ਪਰ ਤੁਸੀਂ ਮੰਨਦੇ ਹੋ ਕਿ ਜਿਹੜੇ ਇਹ ਵਖਰੇਵੇਂ ਹੈਗੇ ਨੇ ਵੀ ਹਿੰਦੂ ਮੁਸਲਿਮ ਸਿੱਖ ਈਸਾਈ ਵਾਲੇ ਜਿਹੜੇ ਵਖਰੇਵੇਂ ਲੋਕਾਂ ਦੇ ਦਿਲਾਂ ਦੇ ਵਿੱਚ ਹੈਗੇ ਨੇ, ਲੋਕ ਮੰਨਦੇ ਨੇ ਇਸ ਚੀਜ਼ ਨੂੰ? ਮੈਂ ਧਰਮਾਂ 'ਤੇ ਯਕੀਨ ਨਹੀਂ ਕਰਦਾ ਬਿਲਕੁਲ। ਮੇਰੇ ਲਈ ਸੱਚੇ ਪਾਤਸ਼ਾਹ ਦਾ ਹੁਕਮ ਇਲਾਹੀ ਹੈ। ਮੈਂ ਸਾਰਿਆਂ ਧਰਮਾਂ ਨੂੰ ਬਰਾਬਰ ਸਤਿਕਾਰ ਦਿੰਦਾ। ਮੇਰੇ ਲਈ ਸਾਰੇ ਹੀ ਰੱਬ ਦਾ ਹੀ ਸਰੂਪ ਨੇ। ਜੋ ਮੇਰੀ ਝੋਲੀ 'ਚ ਮੇਰੇ ਫਾਦਰ ਸਾਹਿਬ ਪਾ ਗਏ ਆ, ਜ਼ਮੀਨਾਂ ਵਿਕ ਸਕਦੀਆਂ ਨੇ, ਅੱਗੇ ਤੋਂ ਅੱਗੇ ਜਾ ਸਕਦੀਆਂ ਨੇ। ਉਹਨਾਂ ਦੀ ਹੋਂਦ ਜਦੋਂ ਕਿਸੇ ਨੇ ਅੱਗੇ ਵੇਚਤੀ ਵੀ ਨਿਕਲ ਗਈ, ਪਰ ਆਹ ਜੋ ਮੇਰੇ ਝੋਲੀ 'ਚ ਮੇਰੇ ਫਾਦਰ ਸਾਹਿਬ ਨੇ ਪਾਇਆ ਨਾ ਜੀ, ਇਹ ਮੇਰੇ ਜਿਉਂਦੇ ਜੀ ਮੇਰੇ ਕੋਲ ਹੈ, ਔਰ ਮੇਰੇ ਮਰਨ ਤੋਂ ਬਾਅਦ ਮੇਰੇ ਬੇਟੇ ਕੋਲ ਹੈ। ਔਰ ਜਿੰਨੀ ਸੇਵਾ ਭਾਵ ਨਾਲ ਅਸੀਂ ਹੁਣ ਪਰਿਵਾਰ ਸੇਵਾ ਕਰਦੇ ਹਾਂ, ਔਰ ਮੇਰੇ ਬਾਅਦ ਵੀ ਸੇਵਾ ਇੱਦਾਂ ਹੀ ਜਾਰੀ ਰਹੂਗੀ। ਇਹਨਾਂ ਨੂੰ ਕਈ ਵਾਰ ਕੋਈ ਆਉਂਦਾ ਹੋਊਗਾ ਤੁਹਾਡੇ ਨਾਲ ਹਿੰਦੂ ਸੰਬੰਧ ਨਾਲ, ਜਿਹੜੇ ਹਿੰਦੂ ਧਰਮ ਨਾਲ ਸੰਬੰਧ ਰੱਖਦੇ ਹੋਣਗੇ, ਕੋਈ ਪੰਡਤ ਵੀ ਤੁਹਾਡੇ ਤੱਕ ਆਏ ਹੋਣਗੇ ਵੀ ਕਿਉਂ ਨਾ ਇਹ ਪੋਥੀਆਂ ਸਾਨੂੰ ਦੇ ਦਿਓ, ਜਿੰਨੇ ਪੈਸੇ ਲੈਣੇ ਨੇ ਸਾਡੇ ਤੋਂ ਲੈ ਲਓ। ਇਹ ਕਿਸੇ ਇੱਕ ਧਰਮ ਦੀ ਵਿਰਾਸਤ ਨਹੀਂ ਹੈਗੇ। ਜੇ ਮੈਨੂੰ ਕੋਈ ਇਹ ਕਹੇ ਵੀ ਅੰਮ੍ਰਿਤਧਾਰੀ ਸਿੰਘ ਆ ਵੀ ਭਗਵਦ ਗੀਤਾ ਨੂੰ ਸਾਂਭ ਕੇ ਬੈਠਾ, ਮੈਂ ਤਾਂ ਉਹਨਾਂ ਲੋਕਾਂ ਨੂੰ ਇਹ ਸਵਾਲ ਕਰਦਾ ਹੁੰਦਾ ਵੀ ਹੋ ਸਕਦਾ ਮੈਂ ਤੁਹਾਡੇ ਨਾਲ ਵੱਧ ਸ਼ਰਧਾ ਔਰ ਸਤਿਕਾਰ ਇਹਦੇ ਪ੍ਰਤੀ ਰੱਖਦਾ ਹੋਵਾਂ। ਕਿਸੇ ਵੀ ਧਰਮ ਦੇ ਵਿੱਚ ਵੈਰ ਨਹੀਂ ਸਿਖਾਇਆ। ਜੇ ਕੋਈ ਸਿਖਾਉਂਦਾ ਤਾਂ ਮੈਨੂੰ ਦੱਸੋ। ਕਿਸੇ ਵੀ ਧਰਮ ਦੇ ਵਿੱਚ ਨਹੀਂ ਕਿਹਾ ਕਿਸੇ ਨੇ ਵੀ ਫਲਾਣਾ ਧਰਮ ਮਾੜਾ। ਹਰ ਜਿਹੜਾ ਧਰਮ ਦਾ ਹੈੱਡ ਹੋਇਆ ਜਾਂ ਆਪਣਾ ਪ੍ਰਚਾਰਕ ਹੋਇਆ, ਉਹਨਾਂ ਨੇ ਕਿਹਾ ਵੀ ਆਪਣੇ ਧਰਮ 'ਚ ਪੱਕੇ ਰਹੋ, ਦੂਸਰਿਆਂ ਦਾ ਸਤਿਕਾਰ ਕਰੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ ਨਿਊਜ਼ ਦੇਖ ਰਹੇ ਹੋ ਤਾਂ ਤੁਹਾਡਾ ਸਵਾਗਤ ਕਰਦਾ। ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਦੋਸਤੋ, ਅਕਸਰ ਆਪਾਂ ਦੇਖਿਆ ਆ ਕਿ ਧਰਮਾਂ ਦੇ ਨਾਂ 'ਤੇ ਸਿਆਸਤ ਬਹੁਤ ਹੁੰਦੀ ਹੈ। ਸਿਆਸਤ ਦੇ ਵਿੱਚ ਜਦ ਵੀ ਧਰਮ ਨੂੰ ਵਾੜ ਦਿੱਤਾ ਜਾਂਦਾ ਤਾਂ ਸਿਆਸਤ ਐਸੀ ਹੋ ਜਾਂਦੀ ਹੈ, ਐਸੀ ਭਖ ਜਾਂਦੀ ਹੈ ਕਿ ਧਰਮ ਦੇ ਵਖਰੇਵਿਆਂ ਨੂੰ ਬਹੁਤ ਵੱਡੇ ਉਛਾਲ ਮਿਲ ਜਾਂਦਾ ਹੈ। ਅਤੇ ਲੋਕ ਵੀ ਇਹ ਚੀਜ਼ ਇਹ ਸਮਝਣ ਲੱਗ ਜਾਂਦੇ ਨੇ ਕਿ ਕਿਤੇ ਨਾ ਕਿਤੇ ਸ਼ਾਇਦ ਹਿੰਦੂ ਜਿਹੜੇ ਨੇ ਉਹ ਸਿੱਖਾਂ ਨਾਲ, ਸਿੱਖ ਜਿਹੜੇ ਨੇ ਉਹ ਮੁਸਲਮਾਨਾਂ ਨਾਲ, ਮੁਸਲਮਾਨ ਜਿਹੜੇ ਨੇ ਹਿੰਦੂਆਂ ਨਾਲ ਇੱਕ ਸਰਕਲ ਬਣ ਜਾਂਦਾ ਜੋ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਾਫੀ ਟਾਈਮ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਕ ਦੂਜੇ ਦੇ ਪ੍ਰਤੀ ਲੜਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਆਪਾਂ ਅਕਸਰ ਇਹ ਵੀ ਚੀਜ਼ ਦੇਖੀ ਹੈ ਕਿ ਧਰਮ ਨੂੰ ਲੈ ਕੇ ਕਾਫੀ ਸਿਆਸਤਾਂ ਵੀ ਹੋਈਆਂ ਨੇ, ਪਰ ਉਹ ਸਿਆਸਤਾਂ ਨੂੰ ਭੰਗ ਕਰਦੇ ਹੋਏ ਕਾਫੀ ਕਈ ਸ਼ਖਸ ਵੀ ਸਾਹਮਣੇ ਆਏ ਨੇ। ਯਾਨੀ ਕਿ ਇਹ ਜਿਹੜੀ ਮੈਂ ਗੱਲ ਦੱਸੀ ਸੀ ਕਿ ਹਿੰਦੂ ਸਿੱਖ ਮੁਸਲਮਾਨ, ਇਹ ਚੀਜ਼ਾਂ ਨੂੰ ਕਾਫੀ ਲੋਕ ਜਿਹੜੇ ਨੇ ਫਟਕਾਰਦੇ ਇਸ ਕਰਕੇ ਨੇ ਕਿਉਂਕਿ ਉਹਨਾਂ ਨੂੰ ਕੁਝ ਐਸੀਆਂ ਚੀਜ਼ਾਂ ਵਿਰਾਸਤ ਦੇ ਵਿੱਚ ਮਿਲੀਆਂ ਹੋਈਆਂ ਨੇ ਜੋ ਆਪਣੇ ਆਪ ਨੂੰ ਉਹ ਮਾਣ ਮੱਤਾ ਮਹਿਸੂਸ ਕਰਦੇ ਨੇ ਕਿ ਸਾਡੇ ਕੋਲ ਇਹ ਚੀਜ਼ ਸਾਨੂੰ ਵਿਰਾਸਤ ਦੇ ਵਿੱਚ ਮਿਲੀ ਆ। ਖੰਨਾ ਸ਼ਹਿਰ ਦੇ ਵਿੱਚ ਬੈਠੇ ਹਾਂ ਜੀ। ਖੰਨਾ ਸ਼ਹਿਰ ਦੇ ਇੱਕ ਸ਼ਖਸ ਨੇ ਹਰਜੀਤ ਸਿੰਘ ਖਾਲਸਾ, ਆਪਣੇ ਆਪ ਨੂੰ ਬੜਾ ਮਾਣ ਮੱਤਾ ਦੱਸਦੇ ਨੇ, ਤਾਂ ਮੈਂ ਤਾਂ ਕਹੂੰਗਾ ਕਿ ਸਭ ਤੋਂ ਅਮੀਰ ਬੰਦਾ ਦੱਸਦੇ ਨੇ ਕਿਉਂਕਿ ਉਹਨਾਂ ਕੋਲ ਇੱਕ ਐਸੀ ਚੀਜ਼ ਹੈ ਜੋ ਸ਼ਾਇਦ ਹੀ ਕਿਸੇ ਬੰਦੇ ਕੋਲ ਹੋਵੇ, ਸ਼ਾਇਦ ਹੀ ਕਿਸੇ ਰੂਹ ਕੋਲ ਹੋਵੇ। ਉਹਨਾਂ ਕੋਲ ਤਕਰੀਬਨ 1065 ਸਾਲ ਪੁਰਾਣੀ ਭਗਵਦ ਗੀਤਾ ਦੀਆਂ ਪੋਥੀਆਂ ਸਾਂਭੀਆਂ ਹੋਈਆਂ ਨੇ ਜੋ ਉਹਨਾਂ ਨੂੰ ਵਿਰਾਸਤ 'ਚ ਮਿਲੀਆਂ ਉਹਨਾਂ ਦੇ ਫਾਦਰ ਸਾਹਿਬ ਤੋਂ। ਉਹਨਾਂ ਦੇ ਫਾਦਰ ਸਾਹਿਬ ਪਾਕਿਸਤਾਨ ਤੋਂ ਆਏ ਸੀ ਜਦ ਵੰਡ ਹੋਈ ਸੀ, ਜਦ ਪਾਕਿਸਤਾਨ ਬਣਿਆ ਨਹੀਂ ਸੀ ਹਜੇ। ਤਾਂ ਕਾਫੀ ਲੰਬੀ ਸਟੋਰੀ ਹੈ ਅਤੇ ਕਾਫੀ ਸੋਹਣੀ ਸਟੋਰੀ ਹੈ ਜੋ ਦੱਸਦੇ ਨੇ, ਅਤੇ ਖੁਦ ਇੱਕ ਖਾਲਸਾ ਸਰੂਪ ਦੇ ਵਿੱਚ ਸਜੇ ਹੋਏ ਨੇ, ਪਰ ਫਿਰ ਵੀ ਭਗਵਦ ਗੀਤਾ ਦੀਆਂ ਪੋਥੀਆਂ ਜਿਹੜੀਆਂ ਨੇ ਉਹ ਆਪਣੀ ਹਿੱਕ ਦੇ ਨਾਲ ਲਾ ਕੇ ਰੱਖਦੇ ਨੇ। ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਵੇਂ ਇਹ ਜਿਹੜੀ ਵਿਰਾਸਤੀ ਮੈਂ ਕਹਿ ਸਕਦਾ ਭਗਵਦ ਗੀਤਾ ਦੀ ਪੋਥੀਆਂ ਜਿਹੜੀਆਂ ਉਹਨਾਂ ਤੱਕ ਪਹੁੰਚੀਆਂ, ਕਿਵੇਂ ਉਹਨਾਂ ਦੇ ਫਾਦਰ ਸਾਹਿਬ ਨੂੰ ਮਿਲੀਆਂ। ਆਪਾਂ ਸਾਰੀ ਗੱਲਬਾਤ ਉਹਨਾਂ ਨਾਲ ਕਰਾਂਗੇ। ਮੇਰੇ ਨਾਲ ਨੇ ਭਾਜੀ, ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਤੁਹਾਡਾ ਬਹੁਤ ਧੰਨਵਾਦ ਜੀ, ਤੁਸੀਂ ਮੈਨੂੰ ਮੌਕਾ ਦਿੱਤਾ ਹੈ ਆਪਣੇ ਚੈਨਲ 'ਤੇ ਗੱਲਬਾਤ ਕਰਨ ਲਈ। ਤੁਹਾਡਾ ਇੱਥੇ ਆਉਣ ਲਈ ਜੀ ਆਇਆਂ ਜੀ, ਧੰਨਵਾਦ ਜੀ। ਸਭ ਤੋਂ ਪਹਿਲਾ ਸਵਾਲ ਹਰਜੀਤ ਸਿੰਘ ਜੀ ਇਹੀ ਹੋਊਗਾ ਕਿ ਲੋਕ, ਜਿਵੇਂ ਮੈਂ ਸ਼ੁਰੂਆਤ ਕੀਤੀ, ਸਿਆਸਤ ਜਦ ਵੀ ਭਖ ਜਾਂਦੀ ਹੈ ਤਾਂ ਸਿਆਸਤ ਦੇ ਵਿੱਚ ਇੱਕ ਮੋੜ ਆ ਜਾਂਦਾ ਕਹਿੰਦੇ ਧਰਮ ਦਾ। ਧਰਮ ਨੂੰ ਜਦ ਵੀ ਸਿਆਸਤ ਦੇ ਵਿੱਚ ਲਿਆ ਜਾਂਦਾ ਤਾਂ ਕਾਫੀ ਵਖਰੇਵੇਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਿਆਸਤਦਾਨਾਂ ਵੱਲੋਂ ਵੀ, ਆਪਸ ਦੀ ਲੋਕਾਂ ਦੇ ਵਿੱਚ ਵੀ ਕਾਫੀ ਵਖਰੇਵੇਂ ਪੈ ਜਾਂਦੇ ਨੇ।
ਪਰ ਤੁਸੀਂ ਮੰਨਦੇ ਹੋ ਕਿ ਜਿਹੜੇ ਇਹ ਵਖਰੇਵੇਂ ਹੈਗੇ ਨੇ ਵੀ ਹਿੰਦੂ ਮੁਸਲਿਮ ਸਿੱਖ ਈਸਾਈ ਵਾਲੇ ਜਿਹੜੇ ਵਖਰੇਵੇਂ ਲੋਕਾਂ ਦੇ ਦਿਲਾਂ ਦੇ ਵਿੱਚ ਹੈਗੇ ਨੇ, ਲੋਕ ਮੰਨਦੇ ਨੇ ਇਸ ਚੀਜ਼ ਨੂੰ? ਦੇਖੋ, ਲੋਕਾਂ ਦੀ ਸੋਚ ਕੀ ਆ, ਮੈਂ ਇਹਨਾਂ ਗੱਲਾਂ 'ਤੇ ਨਹੀਂ ਵਿਸ਼ਵਾਸ ਕਰਦਾ। ਸਾਡੇ ਗੁਰੂ ਸਾਹਿਬਾਂ ਨੇ ਧਰਮ ਤੋਂ ਉੱਤੇ ਉੱਠ ਕੇ ਸਾਰੇ ਕਾਰਜ ਕੀਤੇ ਉਹਨਾਂ ਨੇ। ਔਰ ਸਭ ਤੋਂ ਵੱਡੀ ਮਿਸਾਲ ਇਹ ਆ ਵੀ ਜਦੋਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਨੀਂਹ ਪੱਥਰ ਰੱਖਿਆ ਗਿਆ ਤੇ ਸਾਈਂ ਮੀਆਂ ਮੀਰ ਨੇ ਉਹਦੀ ਨੀਂਹ ਰੱਖੀ। 4 ਦਰਵਾਜ਼ੇ ਨੇ, 4 ਵਰਨਾਂ ਦੇ ਸਾਂਝੇ। ਔਰ ਸਿੱਖ ਧਰਮ ਦੇ ਵਿੱਚ ਜਾਤ ਪਾਤ ਤੋਂ ਰਹਿਤ ਸਿਰਜਣਾ ਕੀਤੀ ਮੇਰੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਅੰਮ੍ਰਿਤ ਛਕਾ ਕੇ ਉਹਨੇ ਉਸ 'ਚ ਖ਼ਤਮ ਕਰਤਾ ਸੱਚੇ ਪਾਤਸ਼ਾਹ ਨੇ। ਸਿਰਫ ਨਿਰੋਲ ਤੇ ਨਿਰੋਲ, ਜਿਹਨੂੰ ਆਪਾਂ ਖਾਲਸ ਕਹਿੰਦੇ ਆ, ਖਾਲਸਾ ਸਾਜਤਾ, ਜਾਤਾਂ ਪਾਤਾਂ ਨੂੰ ਠੋਡੇ ਮਾਰ ਕੇ ਭਜਾਉਣ ਵਾਲਾ ਤੇ ਨਿਰੋਲ ਤੇ ਨਿਰੋਲ ਇਨਸਾਨੀਅਤ ਦੀ ਗੱਲ ਕਰਨ ਵਾਲਾ। ਔਰ ਮੈਂ ਉਹਨਾਂ ਗੱਲਾਂ 'ਤੇ ਯਕੀਨ ਕਰਦਾ। ਮੈਂ ਧਰਮਾਂ 'ਤੇ ਯਕੀਨ ਨਹੀਂ ਕਰਦਾ ਬਿਲਕੁਲ। ਮੇਰੇ ਲਈ ਸੱਚੇ ਪਾਤਸ਼ਾਹ ਦਾ ਹੁਕਮ ਇਲਾਹੀ ਹੈ। ਮੈਂ ਸਾਰਿਆਂ ਧਰਮਾਂ ਨੂੰ ਬਰਾਬਰ ਸਤਿਕਾਰ ਦਿੰਦਾ। ਮੇਰੇ ਲਈ ਸਾਰੇ ਹੀ ਰੱਬ ਦਾ ਹੀ ਸਰੂਪ ਨੇ। ਅੱਛਾ, ਸ਼ੁਰੂਆਤ ਦੇ ਵਿੱਚ ਜਦ ਆਪਾਂ ਗੱਲ ਕਰ ਰਹੇ ਸੀਗੇ, ਜਦ ਆਫ ਦੇ ਰਿਕਾਰਡ ਗੱਲ ਕਰ ਰਹੇ ਸੀ, ਤੁਸੀਂ ਦੱਸਿਆ ਕਿ ਜਿਹੜੀ ਤੁਹਾਨੂੰ ਭਗਵਦ ਗੀਤਾ ਦੀ ਪੋਥੀਆਂ ਜਿਹੜੀਆਂ ਨੇ ਇਹ ਜਿਵੇਂ ਕਿ ਹੁਣ ਜਿਵੇਂ ਇਹਨਾਂ ਦੇ ਵਿੱਚ ਜਿਹਨੇ ਇਹਨਾਂ ਦੇ ਸਰੂਪਾਂ ਦੇ ਵਿੱਚ ਹੀ ਲਿਖਿਆ ਹੋਇਆ ਕਿ ਤਕਰੀਬਨ 1065 ਸਾਲ ਪੁਰਾਣੀਆਂ ਜਿਹੜੀਆਂ ਨੇ ਇਹ ਪੋਥੀਆਂ ਹਰਜੀਤ ਸਿੰਘ ਜੀ ਤੁਸੀਂ ਸਾਂਭੀਆਂ ਹੋਈਆਂ ਨੇ, ਇਹ ਤੁਹਾਡੇ ਤੱਕ ਕਿਵੇਂ ਮਿਲੀਆਂ, ਤੁਹਾਡੇ ਫਾਦਰ ਸਾਹਿਬ ਨੂੰ ਕਿਵੇਂ ਮਿਲੀਆਂ, ਜ਼ਰੂਰ ਦੱਸੋ। ਦੇਖੋ ਜੀ, ਮੇਰੇ ਫਾਦਰ ਸਾਹਿਬ ਸਰਦਾਰ ਮਹਿੰਦਰ ਸਿੰਘ ਜੀ ਜਦੋਂ ਪਾਕਿਸਤਾਨ ਦੇ ਵਿੱਚ ਉਹ ਰਹਿੰਦੇ ਸੀ, ਜੋ ਮੇਰੇ ਵੱਡਿਆਂ ਨੇ ਮੈਨੂੰ ਦੱਸਿਆ, ਤੇ 1945 ਦੇ ਵਿੱਚ ਉਹ ਵੰਡ ਤੋਂ ਪਹਿਲਾਂ ਹੀ ਭਾਰਤ ਵਿੱਚ ਆ ਗਏ ਸੀਗੇ। ਪਰ ਜਦੋਂ ਉਹ ਪਾਕਿਸਤਾਨ ਰਹਿੰਦੇ ਸੀ, ਪਿੰਡਾਂ ਦਾ ਮਾਹੌਲ ਸੀ ਸਾਰਾ। ਆਏ ਗਏ ਸੰਤਾਂ ਮਹਾਂਪੁਰਸ਼ਾਂ ਦੀ ਸੇਵਾ ਕਰਨੀ, ਉਹਨਾਂ ਨੂੰ ਕੱਪੜੇ ਦੇਣੇ, ਜੁੱਤੀਆਂ ਦੇਣੀਆਂ, ਜਾਂ ਜੋ ਵੀ ਦੁਨਿਆਵੀ ਸੰਤਾਂ ਮਹਾਂਪੁਰਸ਼ਾਂ ਦੀਆਂ ਲੋੜਾਂ ਸੀਗੀਆਂ ਉਹਨਾਂ ਦੀਆਂ ਪੂਰੀਆਂ ਕਰਨੀਆਂ। ਔਰ ਆਏ ਗਏ ਦਾ ਪੂਰਾ ਮਾਣ ਸਤਿਕਾਰ ਕਰਨਾ ਮਹਾਂਪੁਰਸ਼ਾਂ ਦਾ। ਤੁਸੀਂ ਅੱਜ ਵੀ ਸ਼ਾਇਦ ਕਦੇ ਨਾ ਕਦੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਿਵੇਂ ਰਮਤੇ ਜੋਗੀ ਫਿਰਦੇ ਹੁੰਦੇ ਨੇ, ਕੋਈ ਕੀਰਤਨ ਕਰਨ ਵਾਲੇ ਟੋਲੀਆਂ ਫਿਰਦੀਆਂ ਹੁੰਦੀਆਂ ਨੇ, ਉਦੋਂ ਔਰ ਅੱਜ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਉਦੋਂ ਜਿਹੜੇ ਸੰਤ ਮਹਾਂਪੁਰਸ਼ ਹੁੰਦੇ ਸੀ, ਉਹਨਾਂ ਦੇ ਹੁੰਦਾ ਸੀ ਵੀ ਫਲਾਣੇ ਸਿੰਘ ਦੇ ਘਰ ਜਾਣਾ ਜਾਂ ਫਲਾਣੇ ਸੇਠ ਦੇ ਘਰ ਜਾਣਾ, ਕਿੱਥੇ ਵੀ ਜਾਣਾ, ਉਹਨਾਂ ਦਾ ਬਣਾਇਆ ਹੁੰਦਾ ਸੀ ਵੀ 6 ਮਹੀਨੇ ਬਾਅਦ 2 ਮਹੀਨੇ ਬਾਅਦ ਕਿਤੇ ਜਾ ਕੇ ਉਹਨਾਂ ਦੇ ਜਾਣਾ। ਔਰ ਪਿੰਡ ਦੇ ਵਿੱਚ ਉੱਥੇ ਉਹਨਾਂ ਨੇ ਕਥਾ ਪ੍ਰਚਾਰ ਕਰਨਾ। ਉਹ ਸਾਡੇ ਫਾਦਰ ਸਾਹਿਬ ਨੂੰ ਉਹਨਾਂ ਜਿਹੜੇ ਸੰਤ ਮਹਾਂਪੁਰਸ਼ ਹੁੰਦੇ ਸੀਗੇ, ਜਿਹੜੀਆਂ ਰੱਬੀ ਰੂਹਾਂ ਹੁੰਦੀਆਂ ਸੀ, ਉਹਨਾਂ ਦਾ ਸੇਵਾ ਕਰਨ ਦਾ ਬੜਾ ਉਹਨਾਂ ਨੂੰ ਸ਼ੌਂਕ ਸੀਗਾ। ਉਹਨਾਂ ਨੂੰ ਕੱਪੜੇ ਦੇਣੇ ਲੈ ਕੇ, ਹੋਰ ਜਿਹੜੀਆਂ ਦੁਨਿਆਵੀ ਉਹਨਾਂ ਦੀ ਲੋੜਾਂ ਹੋਣੀਆਂ ਉਹਨਾਂ ਨੂੰ ਦੇਣੀਆਂ। ਉਹ ਉਹਨਾਂ ਦੀ ਭਗਤੀ ਤੋਂ ਕਹਿ ਲਓ, ਸਾਡੇ ਫਾਦਰ ਸਾਹਿਬ ਦੀ ਤੋਂ ਖੁਸ਼ ਹੋ ਕੇ ਜਾਂ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਉੱਥੇ ਜਿਹੜੇ ਆਉਂਦੇ ਸੀ ਮਹਾਂਪੁਰਸ਼, ਸੰਤ ਮਹਾਂਪੁਰਸ਼ ਜਿਹਨੂੰ ਆਪਾਂ ਕਹਿੰਦੇ ਆ, ਉਹਨਾਂ ਨੇ ਸਾਡੇ ਫਾਦਰ ਸਾਹਿਬ ਨੂੰ ਆਹ ਭਗਵਦ ਗੀਤਾ ਜੀ ਔਰ ਇੱਕ ਆਹ ਪੋਥੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਾਂ ਸਿੱਖ ਧਰਮ ਨਾਲ ਰਿਲੇਟਡ ਜਿਹੜੀਆਂ ਇਹਦੇ ਜ਼ਬਾਨੀ ਦਰਜ ਹੈ, ਉਹਨਾਂ ਨੇ ਸਾਡੇ ਫਾਦਰ ਸਾਹਿਬ ਨੂੰ ਤੋਂ ਖੁਸ਼ ਹੋ ਕੇ ਉਹਨਾਂ ਨੂੰ ਦਿੱਤੀ। ਔਰ ਉਹ 1945 ਤੋਂ ਜਦੋਂ ਵੰਡ ਹੋਈ ਹੈ, 47 'ਚ ਵੰਡ ਹੋਈ ਹੈ, ਪਰ ਉਹ ਵੰਡ ਤੋਂ ਪਹਿਲਾਂ ਹੀ 2 ਸਾਲ ਪਹਿਲਾਂ ਪਾਕਿਸਤਾਨ ਛੱਡ ਕੇ ਇੱਥੇ ਇੰਡੀਆ 'ਚ ਆ ਗਏ ਸੀਗੇ। ਇਹ ਉਹਨਾਂ ਨੂੰ ਮਿਲੀਆਂ ਸੀਗੀਆਂ। ਤੇ ਉਹ ਤੁਸੀਂ ਉਸ ਸਮੇਂ ਮਲਕੀ ਸੀਗੇ ਜਦ ਉਹ ਆਏ ਸੀਗੇ, ਤੁਸੀਂ ਉਹਨਾਂ ਤੋਂ ਬਾਅਦ? ਮੇਰਾ ਜਨਮ ਹੈਗਾ ਜੀ 65 ਦਾ। ਅੱਛਾ, ਮੇਰਾ ਜਨਮ 65 ਦਾ। ਮੈਂ ਛੋਟਾ ਜਿਹਾ ਸੀ। ਔਰ ਮੇਰੇ ਫਾਦਰ ਸਾਹਿਬ ਦੀ ਜਿਹੜੀ ਡੈਥ ਹੋਈ ਆ ਮੇਰੇ ਜਨਮ ਤੋਂ ਬਾਅਦ 'ਚ ਹੋਈ ਆ। ਮੈਂ ਉਦੋਂ ਛੋਟਾ ਜਿਹਾ ਸੀ। ਪਰ ਸਾਡੀ ਮਾਪਿਆਂ ਨੂੰ ਪਤਾ ਹੁੰਦਾ ਵੀ ਜਿਹੜਾ ਸਾਡਾ ਬੱਚਾ ਹੈ ਵੀ ਇਹਦਾ ਸੁਭਾਅ ਕੀ ਹੈ। ਅਤੇ ਹੁਣ ਜੇ ਮੈਂ ਕਹਾਂ ਮੈਂ ਛੋਟਾ ਹੁੰਦਾ ਤੋਂ ਹੀ ਪਾਠ ਪੂਜਾ ਕਰਦਾ ਹੁੰਦਾ ਸੀ, ਉਹ ਆਪਣੇ ਮੂੰਹ ਨਾਲ ਗੱਲਾਂ ਚੰਗੀਆਂ ਵੀ ਲੱਗਦੀਆਂ। ਪਰ ਮੇਰੇ ਫਾਦਰ ਸਾਹਿਬ ਨੇ ਦੇਖਿਆ ਸੀ ਵੀ ਇਹ ਜਿਹੜਾ ਮੁੰਡਾ ਮੇਰਾ ਛੋਟਾ ਪੁੱਤਰ ਆ, ਵੀ ਛੋਟੇ ਹੁੰਦੇ ਨੇ ਮੈਨੂੰ ਦੱਸਿਆ, ਸਾਡੀ ਮਾਤਾ ਸਾਡੀ ਦੱਸਦੀ ਰਹੀ ਹੁੰਦੀ ਸਾਨੂੰ ਵੀ ਤੂੰ ਛੋਟਾ ਹੁੰਦਾ ਹੀ ਧੂਫ ਬੱਤੀ ਲੈ ਕੇ ਫਾਦਰ ਸਾਹਿਬ ਦੇ ਨਾਲ ਛੋਟੇ ਜਿਹੇ ਜਾ ਖੜ੍ਹ ਜਾਣਾ, ਧੂਫ ਬੱਤੀ ਲੈ ਕੇ ਕਰੀ ਜਾਣੀ। ਅਤੇ ਉਹ ਹੋ ਸਕਦਾ ਸਾਡੇ ਫਾਦਰ ਸਾਹਿਬ ਦੇ ਮਨ 'ਚ ਹੋਵੇ ਵੀ ਇਹ ਜਿਹੜਾ ਮੇਰਾ ਛੋਟਾ ਬੇਟਾ ਜਿਹੜਾ ਉਹ ਸਾਂਭ ਸਕਦਾ। ਔਰ ਮੈਨੂੰ ਸਮਝ ਲਓ ਜੀ, ਮੈਨੂੰ ਹੀ ਇਹ ਮਿਲੀਆਂ ਫਿਰ ਪਰਿਵਾਰ ਦੇ ਵਿੱਚ ਵੀ ਤੂੰ ਇਹਦੀ ਸਾਂਭ ਸਕਦਾ। ਮੈਂ ਕਹਿ ਸਕਦਾ ਕਿ ਇਹ ਤੁਹਾਡੇ ਫਾਦਰ ਸਾਹਿਬ ਉਹਨਾਂ ਦੀ ਆਖਰੀ ਨਿਸ਼ਾਨੀ ਵਜੋਂ ਤੁਸੀਂ ਤੁਹਾਨੂੰ ਦਿੱਤੀ ਹੋਈ ਹੈ। ਮੈਂ ਇਹ ਗੱਲ ਦਾਅਵੇ ਨਾਲ ਕਹਿਣਾ, ਜਿਹੜੀ ਦੁਨਿਆਵੀ ਪ੍ਰੋਪਰਟੀਆਂ ਕਹਿ ਲਓ ਆਪਾਂ, ਕੋਈ ਜ਼ਮੀਨ ਹੈ, ਜਾਇਦਾਦ ਆ, ਚਲੋ ਉਹਨਾਂ ਦੀ ਜ਼ਮੀਨ ਜਾਇਦਾਦ ਵੀ ਸਾਰਾ ਕੁਝ ਸੀਗਾ।
ਪਰ ਜੋ ਮੇਰੀ ਝੋਲੀ 'ਚ ਮੇਰੇ ਫਾਦਰ ਸਾਹਿਬ ਪਾ ਗਏ ਆ, ਜ਼ਮੀਨਾਂ ਵਿਕ ਸਕਦੀਆਂ ਨੇ, ਅੱਗੇ ਤੋਂ ਅੱਗੇ ਜਾ ਸਕਦੀਆਂ ਨੇ, ਉਹਨਾਂ ਦੀ ਹੋਂਦ ਜਦੋਂ ਕਿਸੇ ਨੇ ਅੱਗੇ ਵੇਚਤੀ ਵੀ ਨਿਕਲ ਗਈ, ਪਰ ਆਹ ਜੋ ਮੇਰੇ ਝੋਲੀ 'ਚ ਮੇਰੇ ਫਾਦਰ ਸਾਹਿਬ ਨੇ ਪਾਇਆ ਨਾ ਜੀ, ਇਹ ਮੇਰੇ ਜਿਉਂਦੇ ਜੀ ਮੇਰੇ ਕੋਲ ਹੈ, ਔਰ ਮੇਰੇ ਮਰਨ ਤੋਂ ਬਾਅਦ ਮੇਰੇ ਬੇਟੇ ਕੋਲ ਹੈ, ਔਰ ਜਿੰਨੀ ਸੇਵਾ ਭਾਵ ਨਾਲ ਅਸੀਂ ਹੁਣ ਪਰਿਵਾਰ ਸੇਵਾ ਕਰਦੇ ਹਾਂ, ਔਰ ਮੇਰੇ ਬਾਅਦ ਵੀ ਇਹ ਸੇਵਾ ਇੱਦਾਂ ਹੀ ਜਾਰੀ ਰਹੂਗੀ। ਇਹ ਜਿਹੜੀ ਭਗਵਤ ਗੀਤਾ ਆ, ਇਹ ਮੈਂ ਦੇਖ ਰਿਹਾ ਕਿ ਇਹ ਸੰਸਕ੍ਰਿਤ ਦੇ ਵਿੱਚ ਲਿਖੀ ਹੋਈ ਹੈ, ਸ਼ੁੱਧ ਸੰਸਕ੍ਰਿਤ ਦੇ ਵਿੱਚ ਲਿਖੀ ਹੋਈ ਆ। ਅੱਜ ਕੱਲ੍ਹ ਜਿਹੜੀ ਭਗਵਤ ਗੀਤਾ ਨੇ ਉਹ ਟਰਾਂਸਲੇਟ ਕਰ ਲਈਆਂ ਜਾਂਦੀਆਂ ਨੇ ਹਿੰਦੀ ਦੇ ਵਿੱਚ ਜਾਂ ਹੋਰ ਲੈਂਗੁਏਜਸ ਦੇ ਵਿੱਚ ਟਰਾਂਸਲੇਟ ਕੀਤੀਆਂ ਹੋਈਆਂ ਨੇ, ਪਰ ਇਹ ਸ਼ੁੱਧ ਜਿਹੜੀ ਹੈ ਇੱਕ ਸੰਸਕ੍ਰਿਤ ਦੇ ਵਿੱਚ ਲਿਖੀ ਹੋਈ ਹੈ ਜਿਹੜੀ ਪੋਥੀਆਂ ਮੈਂ ਦੇਖ ਰਿਹਾ। ਤਾਂ ਇਹਨਾਂ ਨੂੰ ਕਈ ਵਾਰ ਕੋਈ ਆਉਂਦਾ ਹੋਊਗਾ ਤੁਹਾਡੇ ਨਾਲ ਹਿੰਦੂ ਸੰਬੰਧ ਨਾਲ, ਜਿਹੜੇ ਹਿੰਦੂ ਧਰਮ ਨਾਲ ਸੰਬੰਧ ਰੱਖਦੇ ਹੋਣਗੇ, ਕੋਈ ਪੰਡਤ ਵੀ ਤੁਹਾਡੇ ਤੱਕ ਆਏ ਹੋਣਗੇ ਵੀ ਕਿਉਂ ਨਾ ਇਹ ਪੋਥੀਆਂ ਸਾਨੂੰ ਦੇ ਦਿਓ, ਜਿੰਨੇ ਪੈਸੇ ਲੈਣੇ ਨੇ ਸਾਡੇ ਤੋਂ ਲੈ ਲਓ। ਦੇਖੋ, ਕਿਸੇ ਵੀ ਜਿਹੜੇ ਧਰਮ ਦੇ ਗ੍ਰੰਥ ਨੇ, ਚਾਹੇ ਹਿੰਦੂ ਧਰਮ ਦੇ ਨੇ, ਚਾਹੇ ਸਿੱਖ ਧਰਮ ਦੇ ਨੇ, ਜਾਂ ਮੁਸਲਮਾਨਾਂ ਦੇ ਧਰਮ ਦੇ ਨੇ, ਜਾਂ ਈਸਾਈਆਂ ਦੇ ਨੇ, ਇਹ ਕਿਸੇ ਇੱਕ ਧਰਮ ਦੀ ਵਿਰਾਸਤ ਨਹੀਂ ਹੈਗੇ। ਜੇ ਮੈਨੂੰ ਕੋਈ ਇਹ ਕਹੇ ਵੀ ਅਮਰਧਾਰੀ ਸਿੰਘ ਆ ਵੀ ਭਗਵਤ ਗੀਤਾ ਨੂੰ ਸਾਂਭ ਕੇ ਬੈਠਾ, ਮੈਂ ਤਾਂ ਉਹਨਾਂ ਲੋਕਾਂ ਨੂੰ ਇਹ ਸਵਾਲ ਕਰਦਾ ਹੁੰਦਾ ਵੀ ਹੋ ਸਕਦਾ ਮੈਂ ਤੁਹਾਡੇ ਨਾਲ ਵੱਧ ਸ਼ਰਧਾ ਔਰ ਸਤਿਕਾਰ ਇਹਦੇ ਪ੍ਰਤੀ ਰੱਖਦਾ ਹੋਵਾਂ। ਮੈਂ ਇਕੱਲੀ ਇਹ ਗੀਤਾ ਸਮਝ ਕੇ ਜਾਂ ਜਿਹੜੀ ਪੋਥੀਆਂ ਨੇ ਇਹ ਸਮਝ ਕੇ ਨਹੀਂ ਦਰਸ਼ਨ ਕਰਦਾ। ਮੈਂ ਤਾਂ ਜਿੱਥੇ ਉਹਨਾਂ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਕਹਿ ਲਓ ਜਾਂ ਗੁਰੂ ਸਾਹਿਬਾਂ ਦੇ ਸੱਚੇ ਪਾਤਸ਼ਾਹ ਦੇ ਦਰਸ਼ਨ ਮੈਨੂੰ ਇਹਨਾਂ ਵਿੱਚੋਂ ਹੁੰਦੇ ਨੇ, ਉੱਥੇ ਮੇਰੇ ਫਾਦਰ ਸਾਹਿਬ ਦੇ ਵੀ ਮੈਨੂੰ ਦਰਸ਼ਨ ਨਾਲ ਹੁੰਦੇ ਨੇ। ਜਿਵੇਂ ਅਸੀਂ ਰੋਜ਼ ਮੱਥਾ ਟੇਕਦੇ ਹਾਂ ਨਾ ਜੀ ਇਹਨਾਂ ਨੂੰ, ਅਤੇ ਸਾਨੂੰ ਰੋਜ਼ ਸਾਡੇ ਫਾਦਰ ਸਾਹਿਬ ਦੀ ਵੀ ਯਾਦ ਬਰਾਬਰ ਆਉਂਦੀ ਹੈ। ਮੈਂ ਸਮਝਦਾ ਵੀ ਜਿੱਥੇ ਅਸੀਂ ਗੁਰੂ ਸਾਹਿਬਾਂ ਨੂੰ, ਜਿੱਥੇ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ, ਦਸਮ ਪਾਤਸ਼ਾਹੀਆਂ ਨੂੰ ਯਾਦ ਕਰਦੇ ਹਾਂ ਨਾ, ਜਦੋਂ ਅਸੀਂ ਇਹਨਾਂ ਦਾ ਸਵੇਰੇ ਉੱਠ ਕੇ ਮੱਥਾ ਟੇਕਦੇ ਹਾਂ, ਸਾਨੂੰ ਸਾਡੇ ਫਾਦਰ ਸਾਹਿਬ ਦੀ ਸ਼ਕਲ ਜਿਹੜੀ ਆ, ਉਹਨਾਂ ਦੀ ਸੂਰਤ ਵੀ ਸਾਹਮਣੇ ਆ ਜਾਂਦੀ ਆ ਵੀ ਸਾਡੇ ਫਾਦਰ ਸਾਹਿਬ ਨੇ ਇਹ ਜਿਹੜੇ ਮਹਾਨ ਗ੍ਰੰਥ ਨੇ ਸਾਡੀ ਝੋਲੀ ਪਾਏ ਹੋਏ ਨੇ। ਕਈ ਲੋਕ ਵੈਸੇ ਆਏ ਸੀਗੇ ਤੁਹਾਡੇ ਕੋਲ? ਆਏ ਨੇ ਵੀ ਜਿਹੜੇ ਕਹਿੰਦੇ ਹੋਣਗੇ ਵੀ ਸਾਨੂੰ ਦੇ ਦਿਓ ਗ੍ਰੰਥ? ਮੇਰੇ ਕੋਲ ਆਏ ਨਹੀਂ ਜੀ, ਮੈਨੂੰ ਕਈਆਂ ਨੇ ਇਹ ਵੱਖਰੇ ਵੱਖਰੇ ਢੰਗ ਨਾਲ ਸੁਝਾਅ ਵੀ ਦਿੱਤੇ ਜੀ, ਫਲਾਣੇ ਮਹਾਂਪੁਰਸ਼ ਬੈਠੇ ਆ ਉਹਨਾਂ ਕੋਲ ਚੱਲ ਜਾਓ। ਕੋਈ ਕਹਿੰਦਾ ਕੋਈ ਪ੍ਰਿੰਟਿੰਗ ਦਾ ਪ੍ਰੈਸ ਦਾ ਕੰਮ ਕਰਦਾ ਵੱਡੀ ਦਾ, ਉਹ ਭਗਵਤ ਗੀਤਾ ਨੂੰ ਛਾਪਦੇ ਨੇ, ਉਹਨਾਂ ਕੋਲ ਚੱਲ ਜਾਓ। ਮੈਂ ਉਹਨਾਂ ਨੂੰ ਗੱਲ ਕਹਿਣਾ ਵੀ ਮੈਨੂੰ ਕਿਸੇ ਕੋਲ ਜਾਣ ਦੀ ਕੋਈ ਲੋੜ ਨਹੀਂ ਹੈ, ਮੈਂ ਨਾ ਇਹਦਾ ਪ੍ਰਚਾਰ ਚਾਹੁੰਦਾ ਕੋਈ, ਇਹ ਸਾਡੀ ਵਿਰਾਸਤ ਹੈ, ਇਹ ਸਾਡੇ ਕੋਲ ਹੀ ਰਹਿਣੀ ਆ। ਮੈਂ ਤਾਂ ਜੇ ਮੈਨੂੰ ਕਿਸੇ ਚੀਜ਼ ਦਾ ਕੋਈ ਲਾਲਚ ਹੋਵੇ ਨਾ ਜੀ, ਮੈਂ ਤਾਂ ਆਪਣੇ ਘਰ ਇੱਥੇ ਬਣਾ ਕੇ ਵਧੀਆ ਜਿਹਾ ਫਰੇਮ ਇਹਦੇ ਲੋਕਾਂ ਨੂੰ ਦਰਸ਼ਨ ਕਰਾਉਣੇ ਸ਼ੁਰੂ ਕਰਾ ਦਿੰਦਾ। ਇਹ ਲੈਣ ਲੱਗ ਜਾ ਕਰੂਗੀ। ਉਹ ਨਹੀਂ ਮੇਰੇ ਕੋਲ ਕੰਮ, ਸਾਡੇ ਕੋਲ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਨੇ, ਇਹ ਪਰਮਾਤਮਾ ਨੇ ਸਾਡੀ ਝੋਲੀ ਪਾਇਆ। ਔਰ ਮੈਂ ਸਮਝਦਾ ਵੀ ਹਾਂ ਚਲੋ ਜੇ ਕਿਸੇ ਨੂੰ ਕੋਈ ਫੋਟੋ ਰਾਹੀਂ ਜਾਂ ਵੀਡੀਓ ਕਾਲ ਰਾਹੀਂ ਇਹਦੇ ਦਰਸ਼ਨ ਕਰਨੇ ਹੋਣ ਤਾਂ ਜੀ ਸਦਕੇ ਕਰ ਸਕਦਾ। ਚਲੋ ਹੁਣ ਤੁਸੀਂ ਉਪਰਾਲਾ ਕਰ ਰਹੇ ਹੋ, ਪਹਿਲਾਂ ਵੀ ਚੈਨਲ ਵਾਲਿਆਂ ਨੇ ਕੀਤਾ, ਇਹਦੇ ਰਾਹੀਂ ਦਰਸ਼ਨ ਹੋ ਸਕਦੇ ਆ। ਅਤੇ ਜੇ ਆਪਾਂ ਕਹਿ ਦਈਏ ਵੀ ਇੱਥੇ ਇਹਦੇ ਦਰਸ਼ਨ ਨਾ ਕਰਨ ਵਾਲੇ ਲਾਈਨ ਲਵਾਵਾਂ ਆਪਾਂ, ਉਹ ਨਹੀਂ ਆਪਾਂ ਨੇ ਕੰਮ ਕਰਨਾ। ਇੱਕ ਹਰਜੀਤ ਸਿੰਘ ਜੀ, ਇੱਕ ਸਵਾਲ ਜ਼ਰੂਰ ਆਉਂਦਾ, ਜਿਵੇਂ ਆਪਾਂ ਅਕਸਰ ਜਦ ਆਪਣੇ ਕੋਈ ਕਿਤਾਬ ਆਪਣੇ ਪਈ ਹੁੰਦੀ ਹੈ ਤਾਂ ਉਹਨਾਂ ਦੇ ਜਿਹੜੇ ਪੰਨੇ ਹੁੰਦੇ ਨੇ, ਸਫ਼ੇ ਹੋਲੇ ਹੁੰਦੇ ਨੇ, ਉਹ ਜੇ ਕਾਫੀ ਟਾਈਮ ਪਏ ਰਹਿਣ ਉਹ ਖਰਾਬ ਹੋ ਜਾਂਦੇ ਨੇ। ਜਿਵੇਂ ਹੁਣ ਦੱਸ ਰਹੇ ਹੋ ਕਿ 1000 ਤਕਰੀਬਨ 65 ਸਾਲ ਪੁਰਾਣੀਆਂ ਪੋਥੀਆਂ ਨੇ, ਜਿਵੇਂ ਇਹਨਾਂ ਦੇ ਵਿੱਚ ਲਿਖਿਆ ਵੀ ਹੋਇਆ ਆ। ਉਹਨਾਂ ਦੀ ਮੈਂ ਕੈਮਰਾਮੈਨ ਨੂੰ ਵੀ ਕਹੂੰਗਾ ਕਿ ਦਿਖਾਉਣ ਦੀ ਕੋਸ਼ਿਸ਼ ਕਰਨ ਕਿ ਇਹ ਖੁਦ ਉਹਨਾਂ ਦੀ ਰਾਈਟਿੰਗ ਦੇ ਵਿੱਚ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਲਿਖਿਆ ਹੋਇਆ ਆ ਬਕਾਇਦਾ। ਇਹ ਨੰਬਰਿੰਗ ਇਹ ਸ਼ੁੱਧ ਸੰਸਕ੍ਰਿਤ ਦੇ ਵਿੱਚ ਲਿਖਿਆ ਹੋਇਆ ਹੈ, ਤੁਸੀਂ ਦੇਖ ਸਕਦੇ ਹੋ। ਇਹ ਨੰਬਰਿੰਗ ਵੀ ਕੀਤੀ ਹੋਈ ਹੈ, ਇਹ ਉਹਨਾਂ ਮਹਾਂਪੁਰਸ਼ਾਂ ਦੇ ਲਿਖੇ ਵੀ ਹੋਏ, ਉਹਨਾਂ ਦੀ ਲਿਖਾਵਟ ਦੇ ਨਾਲ ਲਿਖਿਆ ਹੋਇਆ। ਇਹ ਪੋਥੀਆਂ ਬਹੁਤ ਪੁਰਾਣੀਆਂ ਨੇ। ਹੁਣ ਇਹ ਸਵਾਲ ਇਹੀ ਹੈ ਵੀ ਜਿਹੜੀਆਂ ਇਹ ਪੋਥੀਆਂ ਤੁਸੀਂ ਫਿਰ ਸਾਂਭ ਕੇ ਮਤਲਬ ਕਿ ਕਿਵੇਂ ਇਹਨਾਂ ਨੂੰ ਮੇਨਟੇਨ ਕਿਵੇਂ ਕਰਕੇ ਰੱਖਦੇ ਹੋ? ਦੇਖੋ ਜੀ, ਕਿਉਂਕਿ ਧੂੜ ਤੋਂ ਬਚਾ ਕੇ ਕਿਵੇਂ ਚੀਜ਼ ਰੱਖਦੇ ਹੋ ਫਿਰ? ਦੇਖੋ ਜੀ, ਇਹਨੂੰ ਸਿਰਫ ਸਵੇਰੇ ਅਸੀਂ ਦਰਸ਼ਨ ਕਰਦੇ ਹਾਂ ਔਰ ਬਕਾਇਦਾ ਰੁਮਾਲਾ ਸਾਹਿਬ ਦੇ ਵਿੱਚ ਹੀ ਬੰਦ ਕਰਕੇ ਸੁਰੱਖਿਅਤ ਜਗ੍ਹਾ ਦੇ ਵਿੱਚ ਰੱਖ ਦਿੰਦੇ ਹਾਂ, ਜਿੱਥੇ ਸਾਡੇ ਘਰ ਦੇ ਕੀਮਤੀ ਸਮਾਨ ਪਿਆ। ਕਿਉਂਕਿ ਆਮ ਜੇ ਅਸੀਂ ਰੋਜ਼ ਹੱਥ ਲਾਵਾਂਗੇ ਤਾਂ ਤੁਹਾਡੇ ਸਾਹਮਣੇ ਆ ਜੀ ਦੇਖੋ, ਇਹ ਭੋਜ ਪੱਤਰ ਦੇ ਉੱਤੇ ਜਿਹੜੀ ਪੋਥੀ ਹੈ ਇਹ ਉਹਦੇ ਉੱਤੇ ਹੱਥ ਲਿਖਤਾ ਪਈ ਹੈ ਨਾ ਜੀ। ਅਤੇ ਆਹ ਜਿਹੜੇ ਨੇ ਜੀ, ਇਹ ਵੀ ਜਿਹੜੇ ਭਗਵਤ ਗੀਤਾ ਦੇ ਪੇਜ ਨੇ, ਇਹ ਵੀ ਉਹਨਾਂ ਸਮਿਆਂ ਦੇ ਪੁਰਾਤਨ ਸਮਿਆਂ ਦੇ ਜਿਹੜੇ ਲੋਕ ਉਹ ਪੇਪਰ ਬਣਾਉਂਦੇ ਸੀ, ਲਿਖਦੇ ਸੀ, ਜਿਹੜੀ ਦਰਖਤਾਂ ਦੀਆਂ ਉਹਦੇ ਜਿਹੜੇ ਆਪਣੇ ਹੁੰਦੇ ਨੇ ਸ਼ੈੱਲ ਹੁੰਦੀਆਂ, ਹਾਂ, ਉਹਦੀ ਉਹ ਕੁੱਟ ਕੇ ਜਿਸ ਢੰਗ ਨਾਲ ਬਣਾਉਂਦੇ ਹੋਣਗੇ ਉਹਦੇ ਬਣੇ ਹੋਏ ਨੇ। ਜੇ ਅਸੀਂ ਇਹਨੂੰ ਆਪਣੇ ਸੰਪਰਕ 'ਚ ਰੱਖਾਂਗੇ ਹੱਥਾਂ ਦੇ ਵਿੱਚ, ਅਤੇ ਮੈਂ ਸਮਝਦਾ ਇਹ ਖਰਾਬ ਹੋ ਸਕਦਾ, ਇਹ ਖਰਾਬ ਵੀ ਹੋ ਜਾਣੀ ਹੈ ਅਤੇ ਇਹਦੀ ਪਵਿੱਤਰਤਾ ਵੀ ਬਰਕਰਾਰ ਨਹੀਂ ਰਹਿਣੀ ਜੀ।
ਹਾਂ ਜਦੋਂ ਵੀ ਹੱਥ ਲਾਉਣਾ ਇਹਨੂੰ ਬਕਾਇਦਾ ਸੁੱਚੇ ਮੂੰਹ ਹੱਥ ਧੋ ਕੇ ਸਾਰਾ ਕੁਝ। ਤੁਸੀਂ ਜਦੋਂ ਆਉਣਾ ਸੀਗਾ ਮੈਨੂੰ ਯਕੀਨ ਕਰਿਓ, ਮੈਂ ਸਵੇਰ ਦੀ ਹਲੇ ਰੋਟੀ ਨਹੀਂ ਖਾਧੀ। ਅੱਛਾ। ਮੈਨੂੰ ਪਤਾ ਸੀ ਵੀ ਅੱਜ ਤੁਸੀਂ ਆਉਣਾ, ਤੇ ਮੈਂ ਸੁੱਚੇ ਮੂੰਹ ਹੀ ਇਹਨਾਂ ਨੂੰ ਬੈਠਣਾ, ਇਹਨਾਂ ਦੇ ਅੱਗੇ ਮੂਹਰੇ ਰੱਖ ਕੇ। ਹਾਂ, ਮੈਂ ਇਸ ਕਰਕੇ ਪਤਾ ਕੀ ਹੈ ਜੀ, ਇਹ ਸਾਡਾ ਵਿਰਸਾ ਵੀ ਹੈ, ਸਾਡਾ ਸਾਰਾ ਕੁਝ ਹੈ, ਸਾਡੀ ਜੀਵਨ ਦਾਤਾ ਹੈਗੀ ਹੈ ਸਾਰੀ ਦੁਨੀਆ ਦਾ। ਜੇ ਬੰਦੇ ਦਾ ਵਸ ਚੱਲੇ ਨਾ ਤੇ ਰੋਜ਼ ਬੰਦੇ ਨੂੰ ਬੰਦਾ ਫੜ ਕੇ ਮਾਰ ਦੇਵੇ। ਜੇ ਕਿਸੇ ਵੀ ਧਰਮ ਦੇ ਵਿੱਚ, ਕੋਈ ਧਰਮ ਹੈ, ਉਹਦੇ 'ਚ ਕਿਸੇ ਨੇ ਵੈਰ ਨਹੀਂ ਸਿਖਾਇਆ ਸਾਨੂੰ ਵੀ ਫੜ ਕੇ ਲੱਤ ਵੱਢ ਦਿਓ, ਫੜ ਕੇ ਕਿਸੇ ਧੌਣ ਵੱਢ ਦਿਓ। ਇਹ ਤਾਂ ਜਿਹੜੇ ਸਾਡੇ ਹੁਣ ਜਿਹੜੇ ਤੁਰੇ ਫਿਰਦੇ ਨੇ ਨਾ, ਉਹਨਾਂ ਨੂੰ ਆਪਾਂ ਸਿਆਸੀ ਬੰਦੇ ਕਹਿ ਲਈਏ ਜਾਂ ਪੋਲੀਟੀਸ਼ੀਅਨ ਜਿੰਨੇ ਵੀ ਨੇ, ਇਹ ਸਾਨੂੰ ਲੜਾਉਣ ਲੱਗ ਗਏ। ਔਰ ਮੈਂ ਸਮਝਦਾ ਜਿਹੜਾ ਸਿਆਣਾ ਬੰਦਾ ਨਾ, ਉਹ ਇਹਨਾਂ ਕੰਮਾਂ 'ਚ ਨਹੀਂ ਪੈਂਦਾ। ਕਿਸੇ ਵੀ ਧਰਮ ਦੇ ਵਿੱਚ ਵੈਰ ਨਹੀਂ ਸਿਖਾਇਆ ਗਿਆ। ਜੇ ਕੋਈ ਸਿਖਾਉਂਦਾ ਤਾਂ ਮੈਨੂੰ ਦੱਸੋ। ਕਿਸੇ ਵੀ ਧਰਮ ਦੇ ਵਿੱਚ ਨਹੀਂ ਕਿਹਾ ਕਿਸੇ ਨੇ ਵੀ ਫਲਾਣਾ ਧਰਮ ਮਾੜਾ। ਹਰ ਜਿਹੜਾ ਧਰਮ ਦਾ ਹੈੱਡ ਹੋਇਆ ਜਾਂ ਆਪਣਾ ਪ੍ਰਚਾਰਕ ਹੋਇਆ, ਉਹਨਾਂ ਨੇ ਕਿਹਾ ਵੀ ਆਪਣੇ ਧਰਮ 'ਚ ਪੱਕੇ ਰਹੋ, ਦੂਸਰਿਆਂ ਦਾ ਸਤਿਕਾਰ ਕਰੋ। ਕਦੀ ਇਹ ਨਹੀਂ ਕਿਹਾ ਵੀ ਆਪਣੇ 'ਚ ਪੱਕੇ ਰਹੋ, ਦੂਏ ਲੱਤਾਂ ਵੱਢੀ ਚਲੋ। ਔਰ ਇਹਦੇ ਇਤਿਹਾਸ ਗਵਾਹ ਹੈ ਵੀ ਸਿੱਖ ਧਰਮ ਦੇ ਵਿੱਚ ਜਿੰਨੀਆਂ ਕੁਰਬਾਨੀਆਂ ਹੋਈਆਂ ਨੇ, ਆਪਣੇ ਲਈ ਨਹੀਂ ਹੋਈਆਂ। ਜੇ ਸਾਹਿਬਜ਼ਾਦੇ ਸ਼ਹੀਦ ਹੋਏ ਤਾਂ ਹਿੰਦੂ ਧਰਮ, ਹਾਂ, ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋਏ, ਉਹ ਹਿੰਦੂ ਧਰਮ ਲਈ। ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦ ਹੋਏ, ਉਹ ਵੀ ਦੂਸਰੇ ਧਰਮ ਲਈ। ਇਸੇ ਤਰ੍ਹਾਂ ਖਾਸ ਕਰਕੇ ਮੈਂ ਸਿੱਖ ਧਰਮ ਦੀ ਤੁਹਾਡੇ ਨਾਲ ਗੱਲ ਕਰਦਾ ਵੀ ਸਿੱਖ ਧਰਮ ਦੇ ਵਿੱਚ ਜਿੰਨੀਆਂ ਕੁਰਬਾਨੀਆਂ ਹੋਈਆਂ, ਕਿਸੇ ਗੁਰੂ ਸਾਹਿਬ ਨੇ ਕਿਸੇ ਵੀ ਉਸ ਸਮੇਂ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ, ਕੋਈ ਜ਼ਮੀਨ ਜਾਇਦਾਦ ਪਿੱਛੇ, ਜ਼ਮੀਨਾਂ ਦੇ ਰੌਲੇ ਪਿੱਛੇ, ਕਬਜ਼ਿਆਂ ਪਿੱਛੇ ਨਹੀਂ ਕੁਰਬਾਨੀਆਂ ਦਿੱਤੀਆਂ। ਦੂਜੇ ਧਰਮਾਂ ਨੂੰ ਬਚਾਉਣ ਦੀ ਖਾਤਰ ਇਹ ਕੁਰਬਾਨੀਆਂ ਦਿੱਤੀਆਂ। ਔਰ ਅਸੀਂ ਉਹਨਾਂ ਦੇ ਅਨੁਯਾਈ ਹਾਂ। ਜੇ ਅਸੀਂ ਉਹਨਾਂ ਦਾ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਉਸੇ ਜੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ, ਸਾਨੂੰ ਵੀ ਉਹਨਾਂ ਨੇ ਪੂਰਨੇ ਪਾਏ ਨੇ ਜੀ, ਤੇ ਉਹਨਾਂ ਪੂਰਨਿਆਂ 'ਤੇ ਚੱਲਣਾ ਪੈਣਾ। ਤੇ ਜੇ ਨਹੀਂ ਚੱਲਦੇ ਤਾਂ ਮੈਂ ਸਮਝਦਾ, ਤੇ ਇੱਕ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਆਉਂਦਾ ਹੈ, ਭੇਖ ਦਿਖਾਏ ਜਗਤ ਕੋ ਲੋਗਨ ਕੋ ਵਸਕੀਨ ਅੰਤ ਕਾਲ ਕਾਤੀ ਕਤਿਓ ਵਾਸ ਨਰਕ ਮੇ ਲੀਨ। ਜਿਹੜੇ ਭੇਖੀ ਬੰਦੇ ਨੇ, ਉਹ ਫਿਰ ਤਾਂ ਬੜਾ ਭੇਖ ਹੋ ਗਿਆ ਜੀ। ਇਹ ਭੇਖੀ ਨਹੀਂ ਰਹਿਣਾ। ਜੋ ਸੱਚੇ ਪਾਤਸ਼ਾਹ ਨੇ ਕਿਹਾ ਸਾਨੂੰ, ਆਪਾਂ ਉਹਦੇ ਮੁਤਾਬਿਕ ਕੰਮ ਕਰਨਾ। ਅੱਛਾ ਹਰਜੀਤ ਸਿੰਘ ਜੀ, ਤੁਸੀਂ ਇੱਕ ਗੱਲ ਦੱਸੀ ਸੀ, ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਕਿ ਹਿੰਦੂ ਨੂੰ ਆਪਸ ਦੇ ਵਿੱਚ ਧਰਮਾਂ ਦੇ ਨਾਮ 'ਤੇ ਲੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਤੁਸੀਂ ਆਫ ਦਾ ਰੈਕੋਰਡ ਇੱਕ ਗੱਲ ਦੱਸੀ ਸੀ ਮੈਨੂੰ ਵੀ, ਜਦ ਤੁਹਾਨੂੰ ਪੁਲਿਸ ਚੱਕਣ ਆਈ ਸੀ ਤਾਂ ਇੱਕ ਹਿੰਦੂ ਧਰਮ ਦਾ ਜਿਹੜਾ ਇੱਕ ਸ਼ਖਸ ਸੀਗਾ, ਉਹਨੇ ਤੁਹਾਨੂੰ ਬਚਾ ਕੀਤਾ। ਉਹ ਜ਼ਰੂਰ ਦੱਸੋ। ਦੇਖੋ, ਜਦੋਂ ਧਰਮ ਯੁੱਧ ਮੋਰਚਾ ਲਾਇਆ ਸੀ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਨੇ, ਮੈਂ ਕਿਉਂਕਿ ਸੰਤਾਂ ਦਾ ਹੀ ਪੈਰੋਕਾਰ ਰਿਹਾ ਸ਼ੁਰੂ ਤੋਂ, ਸੰਤ ਲੌਂਗੋਵਾਲ ਦਾ ਕਹਿ ਲਓ। ਉਹਨਾਂ ਤੋਂ ਬਾਅਦ ਕੈਪਟਨ ਕਮਲਜੀਤ ਸੀਗੇ, ਮੈਂ ਉਹਨਾਂ ਦੇ ਨਜ਼ਦੀਕੀ ਬਹੁਤ ਰਿਹਾ। ਮੇਰਾ ਸਮਝ ਲਓ, ਜੇ ਮੇਰੇ ਫਾਦਰ ਸਾਹਿਬ ਦੀ ਡੈਥ ਬਹੁਤ ਪਹਿਲਾਂ ਹੋ ਗਈ ਸੀ, ਜਦੋਂ ਮੈਂ ਹੋਸ਼ ਸੰਭਾਲੀ ਸੀ, ਮੈਂ ਪਾਰਟੀ 'ਚ ਗਿਆ, ਤਾਂ ਮੈਂ ਸਮਝ ਲਓ ਮੈਂ ਉਹਨਾਂ ਨੂੰ ਪਿਤਾ ਸਮਾਨ ਹੀ ਮੰਨਿਆ ਸੀ, ਕੈਪਟਨ ਕਮਲਜੀਤ ਨੂੰ। ਔਰ ਜਦੋਂ ਉਹਨਾਂ ਸਮੇਂ ਜਦੋਂ ਮੋਰਚਾ ਲੱਗਿਆ ਸੀ, ਧਰਮ ਯੁੱਧ ਮੋਰਚਾ, ਉਦੋਂ ਜਿਹੜੀ ਪੁਲਿਸ ਹੁੰਦੀ ਸੀ, ਅਕਾਲੀ ਵਰਕਰਾਂ ਨੂੰ ਪੁਲਿਸ ਫੜਦੀ ਹੁੰਦੀ ਸੀ ਵੀ ਸੰਤ ਲੌਂਗੋਵਾਲ ਨੇ ਕੋਈ ਕਾਲ ਦੇਣੀ ਹੈ ਬੰਦ ਦੀ, ਜਾਂ ਹੜਤਾਲ ਕਰਨੀ ਹੈ, ਜੋ ਕੁਛ ਵੀ ਕਰਨਾ, ਵੀ ਉਹਨਾਂ ਉੱਤੇ ਰੋਕ ਲਾਈ ਜਾਵੇ। ਚਲੋ ਸਾਨੂੰ ਵੀ ਆਉਂਦੇ ਸੀ ਫੜਨ ਉਹਨਾਂ ਸਮਿਆਂ ਦੇ ਵਿੱਚ। ਮੈਂ ਤੁਹਾਨੂੰ ਇੱਕ ਦੱਸਦਾ ਵੀ ਜਿਹੜੇ ਲੋਕ ਉਹਨਾਂ ਸਮਿਆਂ ਦੇ ਵਿੱਚ ਅੱਜ ਵੀ ਪਹਿਰਾ ਦਿੰਦੇ ਸੀ ਉਸ ਏਕਤਾ ਉੱਤੇ, ਸਾਡੇ ਗੁਆਂਢ ਦੇ ਵਿੱਚ ਇੱਕ ਮੈਨੇਜਰ ਹੁੰਦੇ ਸੀ ਬੈਂਕ ਦੇ ਵਿੱਚ, ਚਲੋ ਮੈਂ ਉਹ ਨਾਂ ਨਹੀਂ ਲੈਂਦਾ, ਅਤੇ ਉਹ ਸੱਜਣ ਜਿਹੜੇ ਖੈਰ ਚੜ੍ਹਾਈ ਕਰ ਗਏ, ਜਦੋਂ ਡੈਥ ਹੋ ਗਈ ਉਹਨਾਂ ਦੀ, ਉਹ ਵਿਨੋਦ ਆਨੰਦ ਹੁੰਦਾ ਸੀ ਨਾਂ ਉਹਨਾਂ ਦਾ, ਹਿੰਦੂ ਜੈਂਟਲਮੈਨ ਸੀ ਉਹ। ਅਤੇ ਸਾਡੇ ਇੱਥੇ ਸਦਰ ਦੇ ਵਿੱਚ ਇੰਸਪੈਕਟਰ ਹੁੰਦਾ ਸੀ ਮਾਸਟਰ ਇੰਸਪੈਕਟਰ ਬਾਜਵਾ, ਉਹ ਮੈਨੂੰ ਆਏ ਫੜਨ, ਕਹਿੰਦਾ ਚੱਲ ਵੀ ਹਰਜੀਤ ਚੱਲਣਾ, ਤੁਸੀਂ ਕੱਲ੍ਹ ਨੂੰ ਬੰਦ ਕਰਨਾ, ਧਰਨੇ ਲਾਉਣੇ ਆ। ਮੈਂ ਕਿਹਾ ਜੀ ਕੋਈ ਨਹੀਂ, ਮੈਂ ਕਹੂੰ ਤਾਂ ਰੋਟੀ ਖਾ ਲੈਂਦਾ। ਤੁਸੀਂ ਇਹ ਦੇਖੋ ਜੀ, ਸਾਡੇ ਗੁਆਂਢੀ ਹੁੰਦੇ ਸੀਗੇ ਹਿੰਦੂ ਜੈਂਟਲਮੈਨ। ਮੈਂ ਹਾਲੇ ਜੀਪ 'ਚ ਵੜਿਆ ਨਹੀਂ ਸੀਗਾ, ਮੇਰੇ ਜਾਣ ਤੋਂ ਪਹਿਲਾਂ ਉਹ ਜਿਹੜੇ ਬੈਂਕ ਦੇ ਮੈਨੇਜਰ ਸੀਗੇ, ਉਹ ਜਾ ਕੇ ਜੀਪ 'ਚ ਬਹਿ ਗਏ। ਅਤੇ ਉਹ ਜਿਹੜੇ ਇੰਸਪੈਕਟਰ ਹੁੰਦੇ ਸੀਗੇ ਪੁਲਿਸ ਦੇ, ਉਹ ਕਹਿੰਦੇ ਵੀ ਮਹਾਰਾਜ ਤੁਸੀਂ ਕੌਣ ਹੋ? ਵੀ ਅਸੀਂ ਤਾਂ ਇਹਨੂੰ ਫੜਨਾ, ਵੀ ਕੱਲ੍ਹ ਨੂੰ ਇਹਨਾਂ ਦਾ ਬੰਦ ਦੀ ਕਾਲ ਆ, ਅਸੀਂ ਪਰਸੋਂ ਇਹਨੂੰ ਬਾਹਰ ਫਿਰ ਘਰ ਭੇਜ ਦਾਂਗੇ। ਕਹਿੰਦੇ ਨਹੀਂ, ਵੀ ਉਹ ਜਿਹੜੇ ਆਪਣੇ ਮੈਨੇਜਰ ਸੀ ਬੈਂਕ ਦੇ ਹਿੰਦੂ ਜੈਂਟਲਮੈਨ, ਉਹਨੇ ਇੰਨੀ ਗੱਲ ਕਹੀ ਵੀ ਹਰਜੀਤ ਸਿੰਘ ਦੇ ਭਰਾ ਘਰ ਨਹੀਂ ਹੈਗੇ, ਮੈਂ ਇਹਨੂੰ ਜਾਣ ਨਹੀਂ ਦੇਣਾ, ਵੀ ਮੈਨੂੰ ਨਾਲ ਲੈ ਕੇ ਚੱਲੋ, ਵੀ ਮੈਂ ਇਹਨੂੰ ਇਕੱਲੇ ਨਹੀਂ ਜਾਣ ਦਿੰਦਾ। ਮੈਂ ਤੁਹਾਨੂੰ ਤਾਂ ਦੱਸੀ ਇਹ ਗੱਲ ਵੀ ਚਲੋ ਖੈਰ ਉਹਨਾਂ ਦੀ ਵਿਨੋਦ ਆਨੰਦ ਜੀ ਡੈਥ ਹੋ ਗਈ,
ਇਹ ਗੱਲ ਦੇਖ ਲਓ ਜੀ 84 ਦੀ ਗੱਲ 84 85 ਦੀ ਸ਼ਾਇਦ ਗੱਲ ਆ। ਤਕਰੀਬਨ ਤੁਸੀਂ 36 37 ਸਾਲ ਹੋ ਗਏ ਇਸ ਗੱਲ ਨੂੰ। ਅੱਜ ਵੀ ਜਿਹੜੇ ਲੋਕਾਂ ਦੇ ਚੰਗੇ ਸੰਸਕਾਰ ਮਿਲੇ ਆਪਣੇ ਪਰਿਵਾਰ ਦੇ ਵਿੱਚੋਂ ਉਹ ਅੱਜ ਵੀ ਉਸੇ ਗੱਲ 'ਤੇ ਪਹਿਰਾ ਦਿੰਦੇ ਨੇ, ਆਪਸੀ ਏਕਤਾ ਦਾ, ਭਾਈਚਾਰਾ ਦਾ, ਕਿਉਂਕਿ ਧਰਮ ਕੁਛ ਨਹੀਂ ਸਾਨੂੰ ਸਿਖਾਉਂਦਾ। ਇਹ ਸਾਡੇ ਆਪਣੇ ਬਣਾਏ ਹੋਏ ਨੇ ਧਰਮਾਂ ਨੂੰ। ਅਸੀਂ ਆਪ ਹੀ ਮਾੜਾ ਕਹਿਣ ਲੱਗੇ। ਕੋਈ ਧਰਮ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦਾ। ਹਰ ਧਰਮ ਦਾ ਨਿਆਈ, ਹਰ ਧਰਮ ਦਾ ਜਿਹੜਾ ਹੈੱਡ ਹੋਇਆ, ਚਾਹੇ ਉਹ ਹਜ਼ਰਤ ਮੁਹੰਮਦ ਹੋਏ ਨੇ, ਚਾਹੇ ਈਸਾ ਮਸੀਹ ਹੋਇਆ, ਚਾਹੇ ਗੁਰੂ ਸਾਹਿਬਾਂ ਹੋਏ ਨੇ, ਹਿੰਦੂ ਧਰਮ ਦੇ ਵਿੱਚ ਜਿੰਨੇ ਦੇਵੀ ਦੇਵਤੇ ਹੋਏ ਨੇ, ਉਹਨਾਂ ਨੇ ਕਿਸੇ ਧਰਮ ਦੀ ਉਹਦੀ ਬਦਖੋਈ ਨਹੀਂ ਕਰੀ ਵੀ ਉਹ ਮਾੜਾ ਧਰਮ ਆ, ਸਾਡਾ ਧਰਮ ਬਹੁਤ ਵਧੀਆ। ਸਾਰਿਆਂ ਨੇ ਸਾਰਿਆਂ ਧਰਮਾਂ ਨੂੰ ਚੰਗਾ ਕਿਹਾ, ਇਨਸਾਨ ਬਣਨ ਨੂੰ ਕਿਹਾ ਉਹਨਾਂ ਨੇ ਸਾਨੂੰ, ਨਾ ਕਿ ਕੋਈ ਧਰਮਾਂ ਦੇ ਠੇਕੇਦਾਰ ਬਣਨ ਨੂੰ ਕਿਹਾ। ਪਰ ਹੁਣ ਕੀ ਹੋਇਆ, ਹੁਣ ਲੋਕ ਧਰਮਾਂ ਦੇ ਠੇਕੇਦਾਰ ਹੀ ਬਣ ਗਏ। ਚਾਹੇ ਕੋਈ ਵੀ ਧਰਮ ਦੇ ਲੋਕ ਨੇ, ਮੈਂ ਚਲੋ ਕਿਸੇ ਦਾ ਨਾਂ ਨਹੀਂ ਲੈਂਦਾ, ਹੁਣ ਲੋਕ ਧਰਮਾਂ ਦੇ ਠੇਕੇਦਾਰ ਬਣ ਗਏ ਵੀ ਮੇਰਾ ਧਰਮ ਬਹੁਤ ਉੱਚਾ, ਬਾਕੀ ਦਾ ਨੀਵਾਂ। ਪਰ ਇਹ ਮੈਂ ਸਮਝਦਾ ਹੋਣਾ ਨਹੀਂ ਚਾਹੀਦਾ। ਇਹ ਮਿੱਟੀ ਦਾ ਸਰੀਰ ਆ, ਉੱਥੇ ਨਹੀਂ ਪੁੱਛਦਾ ਜਾ ਕੇ ਕਿਸੇ ਨੂੰ। ਆਪਾਂ ਨੂੰ ਪੁੱਛਿਆ ਕਦੇ ਕਿਸੇ ਨੇ ਵੀ ਤੂੰ ਫਲਾਣੇ ਧਰਮ ਦਾ ਹੈ, ਕਿਤੋਂ ਆਇਆ? ਤਾਂ ਮੇਰੀ ਤਾਂ ਇਹੀ ਹੈ ਜੀ ਵੀ ਜਿਵੇਂ ਹੈ ਨਾ ਜੀ ਗੁਰਬਾਣੀ ਦੇ ਵਿੱਚ ਏਕ ਪਿਤਾ ਏਕ ਸਿਖਿਆ ਮੁਬਾਰਕ, ਸਾਡਾ ਇੱਕੋ ਹੀ ਪਿਓ ਆ। ਸਾਰੀ ਜਿੰਨੀ ਦੁਨਿਆਵੀ ਦੇ ਖਲਕਤ ਹੈ ਇਹ ਉਹਦੇ ਬੱਚੇ ਨੇ। ਵੱਖਰੇ ਵੱਖਰੇ ਨਾਂ ਹੋ ਸਕਦੇ ਆ ਪਰ ਟਿਕਾਣਾ ਇੱਕੋ ਹੀ ਆ। ਸਰ ਹਰਜੀਤ ਸਿੰਘ ਜੀ, ਮਾਣ ਹੁੰਦਾ ਵੀ ਜਦ ਇੰਨੀ ਪੁਰਾਤਨ ਚੀਜ਼ ਜਿਹੜੀ ਤੁਹਾਡੇ ਕੋਲ ਵਿਰਸੇ ਦੇ ਵਿੱਚ ਤੁਹਾਨੂੰ ਮਿਲ ਗਈ ਹੈ, ਇੱਕ ਵਿਰਾਸਤ ਦੇ ਵਿੱਚ ਮਿਲੀ ਹੈ ਤੁਹਾਡੇ ਪਿਤਾ ਵੱਲੋਂ, ਮਾਣ ਮਹਿਸੂਸ ਕਰਦੇ ਹੋ? ਆਪਣੇ ਆਪ ਨੂੰ ਅਮੀਰ ਮੰਨਦੇ ਹੋ? ਅਮੀਰ ਤਾਂ ਜੀ ਬਹੁਤ ਮੰਨਦਾ। ਜੇ ਮੈਂ ਸਮਝੋ ਅਮੀਰ ਨਾ ਹੋਵਾਂ, ਤੁਹਾਡੇ ਵਰਗੇ ਬਿਜ਼ੀ ਇਨਸਾਨ ਜਿਨ੍ਹਾਂ ਨੂੰ ਜਿਵੇਂ ਪੰਜਾਬੀ ਦਾ ਵੀ ਸਿਰ ਖੁਰਕਣ ਦੀ ਵਿਹਲ ਨਹੀਂ ਹੈ, ਤੁਸੀਂ ਇੱਥੇ ਮੇਰੇ ਕੋਲ ਆਏ ਹੋ, ਹੈ ਨਾ? ਇਹਦਾ ਮਤਲਬ ਮੇਰੇ ਕੋਲ ਕੋਈ ਚੀਜ਼ ਵਿਲੱਖਣ ਹੈ। ਤੁਸੀਂ ਜਦੋਂ ਲੰਘ ਕੇ ਆਉਂਦੇ ਹੋ ਜਾਂ ਕੋਈ ਬੰਦੇ ਨੇ ਉਹਨਾਂ ਕੋਲ 2-2 ਕਰੋੜ ਦੀਆਂ ਗੱਡੀਆਂ ਖੜੀਆਂ ਹੋਣੀਆਂ ਘਰਾਂ ਦੇ ਵਿੱਚ, ਤੁਸੀਂ ਝਾਕਦੇ ਵੀ ਨਹੀਂ ਗਏ। ਤੁਸੀਂ ਉੱਥੇ ਹੀ ਜਾਣਾ ਜਿੱਥੇ ਕੋਈ ਚੀਜ਼ ਵਖਰੇਵਾਂ ਜਿਹਾ ਪਿਆ, ਵੱਖਰੀ ਚੀਜ਼ ਪਈ ਆ। ਅਤੇ ਆਹ ਜਿਹੜੀਆਂ ਚੀਜ਼ਾਂ ਨੇ ਜੀ, ਇਹ ਤਾਂ ਸਾਕਸ਼ਾਤ ਸੱਚੇ ਪਾਤਸ਼ਾਹ, ਸਾਕਸ਼ਾਤ ਜਿਵੇਂ ਭਗਵਾਨ ਸ਼੍ਰੀ ਕ੍ਰਿਸ਼ਨ ਮੈਂ ਕਹਿੰਦਾ ਦੇ ਵਿੱਚ ਹੀ ਨੇ। ਉਹ ਆਹ ਜਿਹੜੀ ਪੋਥੀਆਂ ਨੇ, ਸਾਕਸ਼ਾਤ ਗੁਰੂ ਸਾਹਿਬਾਂ ਇਹਦੇ ਵਿੱਚ ਦਰਸ਼ਨ ਹੁੰਦੇ ਨੇ ਜੀ। ਔਰ ਮੈਂ ਸਮਝਦਾ ਇਸ ਤੋਂ ਵੱਡਾ ਸਾਡੇ ਲਈ ਕੋਈ ਗੱਲ ਹੋ ਨਹੀਂ ਸਕਦੀ। ਉਹ ਤੁਸੀਂ ਯਕੀਨ ਕਰਿਓ, ਮੈਂ ਤੁਹਾਡੇ ਨਾਲ ਚੱਲ ਰਹੀ ਗੱਲ ਕਹਿਣਾ, ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕਿੰਨੀ ਵਾਰੀ ਬੰਦੇ ਨੂੰ ਮਾੜੇ ਚੰਗੇ ਦਿਨ ਦੇਖਣੇ ਪੈਂਦੇ ਆ, ਪਰ ਸਾਡੇ ਤਾਂ ਸੱਚੇ ਪਾਤਸ਼ਾਹ ਦਾ ਔਰ ਇਹਨਾਂ ਅਵਤਾਰਾਂ ਦੇ ਐਸੇ ਹੱਥ ਨੇ ਸਾਡੇ ਸਿਰ ਦੇ ਉੱਤੇ, ਸਾਡਾ ਕੁਛ ਨਹੀਂ ਵਿਗੜਿਆ ਕਦੀ ਵੀ। ਜਿਵੇਂ ਗੁਰੂ ਮਹਾਰਾਜ ਆਪ ਹੀ ਹੱਥ ਦੇ ਕੇ ਰੱਖ ਲੈਂਦੇ ਨਾ ਸਾਰੇ ਪਾਸਿਓਂ, ਇੱਦਾਂ ਹੀ ਹੁੰਦਾ। ਔਰ ਮੇਰੀ ਮਾਨਤਾ ਇਹ ਆ ਵੀ ਜਦੋਂ ਤੱਕ ਸਾਡੇ ਕੋਲ ਨੇ ਜੀ ਸ਼ਕਤੀਆਂ, ਆ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਭਗਵਤ ਗੀਤਾ, ਆ ਪੋਥੀਆਂ ਨੇ, ਇਹਦੇ ਗੁਰੂ ਸਾਹਿਬਾਂ ਦੇ ਬਾਣੀ ਆ, ਇਹ ਸਾਡੇ ਦੇ ਉੱਤੇ ਸੱਚੇ ਪਾਤਸ਼ਾਹ ਦਾ ਆਸ਼ੀਰਵਾਦ ਹੈ। ਔਰ ਮੈਂ ਸਮਝਦਾ ਜਿਹਦੇ ਉੱਤੇ ਪਰਮਾਤਮਾ ਦਾ ਆਸ਼ੀਰਵਾਦ ਹੈ, ਇਹ ਤੁਹਾਡੀ ਦੁਨਿਆਵੀ ਕਿਸੇ ਵੀ ਤਰ੍ਹਾਂ ਜਿਹੜੀਆਂ ਮੌਜਾਂ ਨੇ ਜੀ, ਮੌਜਾਂ ਮੇਲੇ ਜਾਂ ਜਿਹੜੇ ਪੈਸਾ ਧੇਲਾ ਵੱਖਰੀ ਚੀਜ਼ ਆ, ਇਹਦੀ ਕੋਈ ਕੀਮਤ ਨਹੀਂ ਹੈ। ਨਾ ਹੀ ਇਹਦੀ ਕੀਮਤ ਲਾ ਸਕਦਾ, ਨਾ ਹੀ ਇਸ ਦੀ ਦੇਣੀ ਹੈ ਕਿਸੇ ਚੀਜ਼। ਹਰਜੀਤ ਸਿੰਘ, ਜਿਵੇਂ ਹੁਣ ਤੁਹਾਡੇ ਪਿਤਾ ਜੀ ਉਹਨਾਂ ਨੇ ਤੁਹਾਨੂੰ ਦਿੱਤੀਆਂ, ਜਿਵੇਂ ਤੁਸੀਂ ਦੱਸਦੇ ਸੀ ਛੋਟੇ ਹੁੰਦੇ ਤੁਸੀਂ ਬਹੁਤ ਇੱਜ਼ਤ ਕਰਦੇ ਹੁੰਦੇ ਸੀਗੇ ਇਹਨਾਂ ਚੀਜ਼ਾਂ ਦੀ, ਧਾਰਮਿਕ ਚੀਜ਼ਾਂ ਦੀ ਬਹੁਤ ਸੇਵਾ ਕਰਦੇ ਸੀਗੇ। ਤੁਹਾਡੇ ਪਰਿਵਾਰ ਦੇ ਵਿੱਚ ਹੁਣ ਤੁਹਾਡੇ ਬੇਟੇ ਨੇ, ਉਹ ਵੀ ਇੱਜ਼ਤ ਕਰਦੇ ਨੇ, ਇਸੇ ਤਰੀਕੇ ਦੇ ਨਾਲ ਰੱਖਦੇ ਨੇ ਇਹਨਾਂ ਗ੍ਰੰਥਾਂ ਨੂੰ? ਬਿਲਕੁਲ ਜੀ, ਸਾਡਾ ਸਾਰਾ ਪਰਿਵਾਰ ਪੂਰੇ ਇੱਜ਼ਤ ਮਾਣ ਸਤਿਕਾਰ ਨਾਲ। ਸਾਡੇ ਜੀ ਸਵੇਰੇ ਅਸੀਂ ਉੱਠਦੇ ਨੇ ਤੜਕੇ, ਇਸ਼ਨਾਨ ਕਰਨ ਤੋਂ ਬਾਅਦ ਜਿੱਥੇ ਅਸੀਂ ਧੂਪ ਬੱਤੀ ਕਰਦੇ ਹਾਂ ਉੱਥੇ ਧੂਪ ਬੱਤੀ ਕਰਦੇ ਹਾਂ, ਔਰ ਨਾਲ ਹੀ ਜਿੱਥੇ ਇਹ ਰੱਖੇ ਨੇ ਗ੍ਰੰਥ ਉਹਨਾਂ ਦੀ ਅਸੀਂ ਧੂਪ ਬੱਤੀ ਕਰਦੇ ਹਾਂ, ਪਾਠ ਪੂਜਾ ਕਰਦੇ ਹਾਂ ਜੀ। ਸਾਡੇ ਬੱਚੇ ਵੀ ਤੜਕੇ ਉੱਠਦੇ ਨਾਲ ਸਾਡੇ ਨਾਲ ਹੀ ਉੱਠਦੇ ਨੇ। ਔਰ ਪੂਰਾ ਮਾਣ ਸਤਿਕਾਰ ਮੈਂ ਸਮਝਦਾ ਇਹਦੇ ਰਾਹੀਂ ਜਿਹੜਾ ਸਾਡਾ ਮਾਣ ਸਤਿਕਾਰ ਤੁਸੀਂ ਕਰ ਰਹੇ ਹੋ, ਇਹ ਵੀ ਇਹ ਸੱਚੇ ਪਾਤਸ਼ਾਹ ਦੀ ਇਹਨਾਂ ਗ੍ਰੰਥਾਂ ਦੀ ਬਦੌਲਤ ਹੈ। ਨਹੀਂ ਤਾਂ ਮੇਰੇ ਵਰਗਾ ਇੱਥੇ ਬਹੁਤ ਤੁਰੇ ਫਿਰਦੇ ਆ ਸ਼ਹਿਰ ਦੇ ਵਿੱਚ। ਔਰ ਮੈਂ ਸਮਝਦਾ ਜੇ ਤੁਸੀਂ ਤੁਹਾਡੇ ਚੈਨਲ ਰਾਹੀਂ ਮੈਂ ਲੱਖਾਂ ਬੰਦਿਆਂ ਦੇ ਚੈਨਲ ਦੇ ਉੱਤੇ ਜਾਂ ਲੋਕਾਂ ਨੇ ਮੈਨੂੰ ਆਪਣੇ ਮੋਬਾਈਲਾਂ ਤੋਂ ਦੇਖਣਾ ਹੈ, ਤਾਂ ਸੱਚੇ ਪਾਤਸ਼ਾਹ ਦੀ ਇਹਨਾਂ ਦੀ ਰਹਿਮਤ ਆ, ਇਹਨਾਂ ਦਾ ਆਸ਼ੀਰਵਾਦ ਆ, ਇਹਨਾਂ ਦੇ ਸੇਵਾ ਦੇ ਫਲ। ਨਹੀਂ, ਮੈਂ ਤਾਂ ਸਮਝਦਾ ਤੁਸੀਂ ਬਹੁਤ ਮਾਣ ਮੱਤੇ ਹੋ ਕਿ ਖੁਸ਼ਕਿਸਮਤ ਹੋ ਕਿ ਤੁਹਾਡੇ ਕੋਲ ਇਹੋ ਜਿਹੀ ਜਿਹੜੀ ਹੈ ਵਿਰਾਸਤੀ ਚੀਜ਼ ਜਿਹੜੀ ਹੈ ਸਾਂਭੀ ਪਈ ਹੈ ਕਿ ਜਿਹਨੂੰ ਦੇਖਣ ਵਾਸਤੇ ਲੋਕ ਤਰਸਦੇ ਨੇ। ਮੈਂ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਦਰਸ਼ਕੋ ਜੇ ਚਾਹੁੰਦੇ ਇਹ ਤਾਂ ਸ਼ਾਇਦ ਹੋ ਸਕਦਾ ਸੀ ਵੀ ਇੱਥੇ ਇਹ ਇੱਕ ਛੋਟਾ ਜਿਹਾ ਕਾਰਨਰ ਬਣਾ ਕੇ ਜਾਂ ਬਹੁਤ ਸੋਹਣਾ ਬਣਾ ਕੇ
ਇਹ ਭਗਵਤ ਗੀਤਾ ਜਿਹੜੀ 1065 ਸਾਲ ਤਕਰੀਬਨ ਪੁਰਾਣੀ, ਇਹਦੇ ਉੱਤੇ ਲਿਖਿਆ ਵੀ ਹੋਇਆ ਬਕਾਇਦਾ ਸ਼ੁੱਧ ਸੰਸਕ੍ਰਿਤ ਦੇ ਵਿੱਚ, ਸ਼ੁੱਧ ਬਿਲਕੁਲ ਸੰਸਕ੍ਰਿਤ ਦੇ ਵਿੱਚ ਜਿਹੜੀ ਲਿਖੀ ਹੋਈ ਹੈ। ਕਈ ਜਿਹੜੇ ਨੇ ਪੰਡਿਤ ਵੀ ਆਏ ਨੇ ਇੱਥੇ, ਜਿਹੜੇ ਵੱਡੇ ਵੱਡੇ ਪੰਡਿਤ ਵੀ ਆ ਕੇ ਖੁਦ ਪੜ੍ਹ ਕੇ ਗਏ ਨੇ, ਇਹ ਦੇਖ ਕੇ ਗਏ ਨੇ ਸਰੂਪਾਂ ਨੂੰ, ਪੋਥੀਆਂ ਨੂੰ ਦੇਖ ਕੇ ਗਏ ਨੇ, ਪੜ੍ਹ ਕੇ ਗਏ ਨੇ, ਅਤੇ ਉਹ ਖੁਦ ਮੰਨਦੇ ਨੇ ਕਿ ਇਹ ਬਹੁਤ ਵਿਲੱਖਣ ਨੇ। ਕਾਫੀ ਵੱਡਾ ਤੁਹਾਨੂੰ ਪੈਸੇ ਵੀ ਦੇਣ ਦੀ ਕੋਸ਼ਿਸ਼ ਕੀਤੀ ਹੋਗੀ, ਭਾਈ ਸਾਡੇ ਤੋਂ ਜੋ ਮਰਜ਼ੀ ਲੈ ਲਓ, ਵੀ ਕਿਸੇ ਨਾ ਕਿਤੇ ਸਾਨੂੰ ਦੇ ਦਿਓ। ਪਰ ਮੈਂ ਚਾਹੁੰਦਾ ਵੀ ਮੈਂ ਤਾਂ ਬਹੁਤ ਚੰਗਾ ਲੱਗਦਾ ਇਹੋ ਜਿਹੀ ਚੀਜ਼ਾਂ ਦੇਖ ਕੇ, ਵੀ ਜਦ ਦੇਖਦੇ ਹਾਂ ਵੀ ਇੱਕ ਖਾਲਸ ਸਰੂਪ ਦੇ ਵਿੱਚ ਬੈਠੇ ਨੇ, ਅਤੇ ਗੁਰੂ ਸਾਹਿਬਾਨ ਦੀਆਂ ਪੋਥੀਆਂ ਵੀ ਸਾਂਭੀਆਂ ਹੋਈਆਂ ਨੇ, ਭਗਵਤ ਗੀਤਾ ਵੀ ਹੈ ਸਾਹਮਣੇ ਪਈ ਹੈ। ਪਰ ਜਿਹੜੇ ਬਖਰੇਵੇਂ ਪਾਉਣ ਦੀ ਸਰਕਾਰ ਕੋਸ਼ਿਸ਼ ਕਰਦੀ ਹੈ, ਮੈਂ ਕਹਿ ਸਕਦਾ ਵੀ ਧਰਮਾਂ ਦੇ ਨਾਮ 'ਤੇ ਜਿਹੜੀ ਵੰਡੀਆਂ ਪਾਉਣ ਦੀ ਕੋਸ਼ਿਸ਼ ਜਿਹੜੀ ਆ ਬਹੁਤ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ, ਹੁਣ ਤੋਂ ਨਹੀਂ। ਇਹੋ ਜਿਹੇ ਸ਼ਖਸ ਉਹਨਾਂ ਵੰਡੀਆਂ ਨੂੰ ਠੋਕਰ ਮਾਰਦੇ ਸਾਫ਼ ਤੌਰ 'ਤੇ ਨਜ਼ਰ ਆਉਂਦੇ ਨੇ। ਬਹੁਤ ਚੰਗਾ ਲੱਗਿਆ ਹਰਜੀਤ ਸਿੰਘ ਜੀ ਤੁਹਾਨੂੰ ਮਿਲ ਕੇ। ਉਮੀਦ ਕਰਦਾ ਵੀ ਜਿਹੜੇ ਮਾਣ ਸਤਿਕਾਰ ਨਾਲ ਤੁਸੀਂ ਇਹ ਰੱਖੀ ਹੈ, ਤੁਹਾਡਾ ਪਰਿਵਾਰ ਵੀ ਇਸੇ ਚੀਜ਼ ਨੂੰ ਸਾਂਭੇਗਾ, ਅਤੇ ਜਿਹੜੀਆਂ ਵਿਰਾਸਤੀ ਚੀਜ਼ਾਂ ਨੇ ਇਹਨਾਂ ਨੂੰ ਇੱਦਾਂ ਹੀ ਸਾਂਭ ਕੇ ਰੱਖੇਗਾ ਤੁਹਾਡਾ ਪਰਿਵਾਰ। ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਧੰਨਵਾਦ ਜੀ ਪੰਜਾਬ ਨਿਊਜ਼ ਚੈਨਲ ਦਾ, ਤੁਹਾਡੇ ਦੋਨਾਂ ਨੌਜਵਾਨਾਂ ਦਾ। ਤੁਸੀਂ ਮੌਕਾ ਦਿੱਤਾ ਮੈਨੂੰ ਇਹ ਆਪਣੇ ਚੈਨਲ ਰਾਹੀਂ ਲੋਕਾਂ ਨਾਲ ਗੱਲ ਕਰਨ ਦਾ, ਔਰ ਸੱਚ ਜਾਣਿਓ ਮੈਂ ਆਪਣੇ ਆਪ 'ਚ ਬਹੁਤ ਮਾਣ ਮਹਿਸੂਸ ਕਰਦਾ। ਮੈਂ ਇਕੱਲਾ ਹੀ ਨਹੀਂ, ਸਾਡਾ ਸਾਰਾ ਪਰਿਵਾਰ, ਵੀ ਸਾਡੇ ਕੋਲ ਇਹ ਸਮਝ ਲਓ ਵੀ ਇਹ ਖਜ਼ਾਨਾ ਹੀ ਆ ਸਾਡੇ ਕੋਲ। ਸਾਰੇ ਪੈਸੇ ਨਹੀਂ ਖਜ਼ਾਨਾ ਹੁੰਦਾ ਵੀ ਮੇਰੇ ਕੋਲ ਕਰੋੜ ਰੁਪਏ ਮੇਰੇ ਬੈਂਕ ਅਕਾਊਂਟ 'ਚ ਪਿਆ, ਪਰ ਜੋ ਆਹ ਖਜ਼ਾਨਾ ਇਹ ਸ਼ਾਇਦ ਉਹ ਮਾਰਕੀਟ 'ਚ ਅਵੇਲੇਬਲ ਹੀ ਨਹੀਂ ਹੈ। ਇਹ ਕਿਸੇ ਬੈਂਕ 'ਚ ਨਹੀਂ ਪਿਆ ਵੀ ਚੈੱਕ ਕੱਟਿਆ ਤਾਂ ਆਪਾਂ ਉੱਥੋਂ ਪੈਸੇ ਕਢਾ ਲਏ, ਜਾ ਕੇ ATM ਪਾ ਲਿਆ, ਪੈਸੇ ਕਢਾ ਲਏ। ਇਹ ਮੈਂ ਸਮਝਦਾ ਵੀ ਸਾਡੇ ਚੰਗੇ ਭਾਗ ਨੇ। ਚੰਗੇ ਭਾਗ ਤਾਂ ਨੇ ਵੀ ਅਸੀਂ ਆਪਣੇ ਫਾਦਰ ਸਾਹਿਬ ਦੇ ਘਰ ਜਨਮ ਲਿਆ। ਸਾਡੇ ਫਾਦਰ ਸਾਹਿਬ ਨੂੰ ਸੰਤਾਂ ਮਹਾਂਪੁਰਸ਼ਾਂ ਨੇ ਇਹ ਜਿਹੜੇ ਧਾਰਮਿਕ ਗ੍ਰੰਥ ਸੀ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਦਿੱਤੇ, ਔਰ ਮੇਰੇ ਚੰਗੇ ਭਾਗ ਮੈਂ ਤਾਂ ਕਹਿਣਾ ਵੀ ਮੈਂ ਉਹਨਾਂ ਦਾ ਬੇਟਾ, ਔਰ ਉਹਨਾਂ ਨੇ ਸਾਡੀ ਝੋਲੀ ਪਾਇਆ। ਔਰ ਮੈਂ ਸਮਝਦਾ ਸਾਡਾ ਫਰਜ਼ ਬਣਦਾ, ਜਿੱਥੇ ਇਹਨਾਂ ਨੂੰ ਦਰਸ਼ਨ ਕਰਦੇ ਹਾਂ, ਸਾਨੂੰ ਗੁਰੂ ਸਾਹਿਬਾਂ ਦੇ, ਭਗਵਾਨ ਸ਼੍ਰੀ ਕ੍ਰਿਸ਼ਨ ਦੇ, ਦਸਮ ਪਾਤਸ਼ਾਹੀਆਂ ਦੇ ਦਰਸ਼ਨ ਹੁੰਦੇ ਨੇ, ਜਦੋਂ ਸਾਨੂੰ ਸਾਡੇ ਫਾਦਰ ਸਾਹਿਬ ਦੇ ਵੀ ਦਰਸ਼ਨ ਹੁੰਦੇ ਨੇ। ਉਦੋਂ ਹੀ ਰੋਜ਼ ਜਦੋਂ ਅਸੀਂ ਧੂਪ ਬੱਤੀ ਕਰਦੇ ਹਾਂ, ਸਾਨੂੰ ਸਾਡੇ ਫਾਦਰ ਸਾਹਿਬ ਦਾ ਚਿਹਰਾ ਵੀ ਸਾਡੇ ਮੂਹਰੇ ਆ ਜਾਂਦਾ। ਚਲੋ ਮੈਂ ਛੋਟਾ ਜਿਹਾ ਸੀ, ਪਰ ਮੈਨੂੰ ਆਪਣੇ ਫਾਦਰ ਸਾਹਿਬ ਹੁਣ ਰੋਜ਼ ਹੀ ਦਿਸਦੇ ਨੇ, ਇਹਨਾਂ ਦੇ ਰੂਪ ਦੇ ਵਿੱਚ ਦਿਸਦੇ ਨੇ। ਜਦੋਂ ਮੈਂ ਇਹਨਾਂ ਨੂੰ ਖੋਲ੍ਹਦਾ, ਰੋਜ਼ ਮਨ 'ਚ ਆਉਂਦਾ ਵੀ ਉਹਨਾਂ ਨੇ ਵਿਰਾਸਤ ਜਿਹੜੀ ਹੈ, ਇਹ ਜਿਹੜਾ ਅਮੁੱਲ ਖਜ਼ਾਨਾ ਸਾਡੀ ਝੋਲੀ ਪਾਇਆ ਗ੍ਰੰਥਾਂ ਦੇ ਰੂਪ ਦੇ ਵਿੱਚ। ਔਰ ਮੇਰਾ ਪਾਠਕਾਂ ਨਾਲ ਵੀ, ਤੁਹਾਡੇ ਨਾਲ ਵੀ ਵਾਅਦਾ, ਆਪਣੇ ਵੱਲੋਂ ਵੀ, ਆਪਣੇ ਪਰਿਵਾਰ ਵੱਲੋਂ ਵੀ, ਜਦੋਂ ਤੱਕ ਜਾਨ 'ਚ ਜਾਨ ਆ, ਆਪਣੀ ਜਾਨ ਤੋਂ ਵੱਧ ਸਾਂਭ ਕੇ ਰੱਖਾਂਗੇ। ਔਰ ਮੇਰੇ ਤੋਂ ਬਾਅਦ ਮੇਰਾ ਪਰਿਵਾਰ ਜਿਹੜਾ ਆਪਣੀ ਜਾਨ ਤੋਂ ਵੱਧ ਸਾਂਭ ਕੇ ਰੱਖੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਜਿਵੇਂ ਜ਼ਿਕਰ ਕੀਤਾ ਕਿ ਬਹੁਤ ਸੋਹਣੀ ਚੀਜ਼ ਦਾ ਜ਼ਿਕਰ ਕੀਤਾ ਕਿ ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਖਜ਼ਾਨਾ ਪੈਸਾ ਹੀ ਹੋਵੇ, ਹਰ ਇੱਕ ਖਜ਼ਾਨਾ ਸ਼ੌਹਰਤ ਹੀ ਹੋਵੇ। ਪਰ ਜਿਵੇਂ ਕਿ ਖਜ਼ਾਨੇ ਦੀ ਗੱਲ ਕਰਦੇ ਨੇ, ਇੱਕ ਬਹੁਤ ਵੱਡਾ ਮਾਣ ਮਹਿਸੂਸ ਕਰਦੇ ਨੇ ਆਪਣੇ ਆਪ ਨੂੰ, ਇੱਕ ਬਹੁਤ ਵੱਡਾ ਖਜ਼ਾਨਾ। ਮੈਂ ਤਾਂ ਕਹਿੰਦਾ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਇਹੀ ਸ਼ਖਸ ਨੇ, ਜਿਹੜੇ ਹਰਜੀਤ ਸਿੰਘ ਖਾਲਸਾ ਜੀ, ਖੰਨੇ ਦੇ ਰਹਿਣ ਵਾਲੇ। ਕਿਉਂਕਿ ਇੰਨੇ ਸਾਲ ਪੁਰਾਣਾ ਜਿਹੜਾ ਆ ਭਗਵਤ ਗੀਤੇ ਦੇ ਜਿਹੜੇ ਪੋਥੇ ਨੇ ਉਹ ਸਾਂਭੀਆਂ ਨੇ, ਪੋਥੀਆਂ ਸਾਂਭੀਆਂ ਹੋਈਆਂ ਨੇ। ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਨੇ ਪਾਵਨ ਸਰੂਪ ਜਿਹੜੇ ਨੇ ਉਹ ਸਾਂਭੇ ਹੋਏ ਨੇ ਪੁਰਾਣੇ। ਵੀ ਕਿਤੇ ਨਾ ਕਿਤੇ ਬਹੁਤ ਮਾਣ ਮਹਿਸੂਸ ਹੁੰਦਾ ਵੀ ਜਦੋਂ ਇਹੋ ਜਿਹੇ ਸ਼ਖਸ ਮਿਲਦੇ ਨੇ, ਵੀ ਜਿਹੜੀ ਵੰਡੀਆਂ ਦੀ ਮੈਂ ਗੱਲ ਕਰਦਾ ਸੀਗਾ ਪਾਉਣ ਦੀ ਕੋਸ਼ਿਸ਼ ਕਰਦੀ ਆ, ਉਹਨਾਂ ਨੂੰ ਫਟਕਾਰਨ ਦੀ ਕੋਸ਼ਿਸ਼ ਕਰਦੇ ਨੇ। ਉਮੀਦ ਕਰਦਾ ਦੋਸਤੋ ਵੀਡੀਓ ਚੰਗੀ ਲੱਗੀ ਹੋਊਗੀ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਕਿਉਂਕਿ ਬਹੁਤ ਘੱਟ ਇਹੋ ਜਿਹੇ ਲੋਕ ਹੁੰਦੇ ਨੇ ਜੋ ਇਹੋ ਜਿਹਾ ਮਾਣ ਮੱਤਾ ਕੰਮ ਕਰਦੇ ਨੇ, ਜਿਨ੍ਹਾਂ ਤੋਂ ਬਾਅਦ ਆਪ ਨੂੰ ਵੀ ਮਾਣ ਹੁੰਦਾ ਹੈ। ਇਹੋ ਜਿਹੀ ਹੋਰ ਅਪਡੇਟਸ, ਇਹੋ ਜਿਹੇ ਹੋਰ ਸੋਹਣੇ ਚੰਗੀ ਵੀਡੀਓਜ਼ ਤੁਹਾਡੇ ਤੱਕ ਸਮੇਂ ਸਿਰ ਪਹੁੰਚਾਉਂਦੇ ਰਹਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬੱਲ ਨੂੰ ਦਿਓ ਇਜਾਜ਼ਤ, ਤੇ ਵੇਖਦੇ ਰਹੋ ਪੰਜਾਬ ਨਿਊਜ਼। ਧੰਨਵਾਦ।